ਪਿਆਰੇ ਵਿਦਿਆਰਥੀਓ ਨਮਸਕਾਰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਇਲੈਕਟ੍ਰੀਕਲ ਗਿਆਨ ਦੇ ਵਿੱਚ। ਬਹੁਤ ਸਾਰਾ ਪਿਆਰ ਤੁਹਾਡੇ ਵੱਲੋਂ ਆਲਰੇਡੀ ਮਿਲ ਰਿਹਾ ਹੈਗਾ। ਇੱਕ ਬੜਾ ਹੀ ਇੰਪੋਰਟੈਂਟ ਟੌਪਿਕ ਅੱਜ ਅਸੀਂ ਟਰਾਂਸਫਾਰਮਰ ਸਟਾਰਟ ਕਰਨ ਜਾ ਰਹੇ ਹਾਂਗੇ। ਟਰਾਂਸਫਾਰਮਰ ਦੀ ਪਹਿਲੀ ਵੀਡੀਓ ਦੇ ਵਿੱਚ ਅਸੀਂ ਬੇਸਿਕ ਚੀਜ਼ਾਂ ਸੀਗੀਆਂ ਜਿਹੜੀਆਂ ਤੁਹਾਨੂੰ ਉਹ ਦੱਸੀਆਂ ਸੀਗੀਆਂ ਕਿ ਇੱਕ ਟਰਾਂਸਫਾਰਮਰ ਨੂੰ ਸਾਡੀ ਵਰਤੋਂ ਕਿਉਂ ਕੀਤੀ ਜਾਂਦੀ ਹੈਗੀ। ਦੂਜੀ ਗੱਲ ਅਸੀਂ ਕੀਤੀ ਸੀਗੀ ਕਿ ਟਰਾਂਸਫਾਰਮਰ ਦੀ ਵਰਕਿੰਗ ਕਿਵੇਂ ਹੁੰਦੀ ਹੈ, ਕਿਵੇਂ ਟਰਾਂਸਫਾਰਮਰ ਦੇ ਅੰਦਰ ਦੋ ਵਾइंडिंगां ਹੁੰਦੀਆਂ ਨੇ, ਪ੍ਰਾਇਮਰੀ ਵਾइंडिंग ਤੇ ਸੈਕੰਡਰੀ ਵਾइंडिंग। ਅਸੀਂ ਆਪਣੀ ਵੋਲਟੇਜ ਨੂੰ ਸਟੈਪ ਅਪ ਜਾਂ ਸਟੈਪ ਡਾਊਨ ਕਰ ਦਿਆਂਗੇ ਜੇ ਟਰਨਾਂ ਜਿੱਧਰਲੇ ਪਾਸੇ ਟਰਨਾਂ ਵੱਧ ਹੁੰਦੀਆਂ ਨੇਗੀਆਂ, ਮਤਲਬ ਜਿਹੜੀ ਕੋਇਲ ਹੁੰਦੀ ਹੈਗੀ ਉਹਦੇ ਲਪੇਟੇ ਵੱਧ ਹੁੰਦੇ ਨੇਗੇ, ਉਧਰਲੇ ਪਾਸੇ ਸਾਡੇ ਕੋਲੇ ਵੋਲਟੇਜ ਵੱਧ ਹੁੰਦੀ ਹੈ ਤੇ ਜਿੱਧਰ ਲਪੇਟੇ ਘੱਟ ਹੁੰਦੇ ਉਧਰ ਵੋਲਟੇਜ ਘੱਟ ਹੁੰਦੀ ਹੈ। ਤਾਂ ਬੇਸਿਕਲੀ ਟਰਾਂਸਫਾਰਮਰ ਪੜ੍ਹਨ ਦਾ ਸਾਡਾ ਜਿਹੜਾ ਮੇਨ ਮੋਟਿਵ ਹੈਗਾ ਉਹ ਵੋਲਟੇਜ ਨੂੰ ਅਪ ਜਾਂ ਡਾਊਨ ਕਰਨਾ ਹੈਗਾ। ਤਾਂ ਉਸ ਵੀਡੀਓ ਤੋਂ ਬਾਅਦ ਮੇਨ ਸਾਡੇ ਕੋਲੇ ਹੈਗੇ ਇਹਦੇ ਕੁਐਸਚਨਸ ਨੂਮੈਰੀਕਲ ਬਹੁਤ ਇੰਪੋਰਟੈਂਟ ਨੇਗੇ। ਇਹਦੇ ਪੇਪਰ ਦੇ ਵਿੱਚ ਪੈਟ ਜੇ ਕੁਐਸਚਨ ਬਣਦੇ ਨੇਗੇ ਦੋ ਤਿੰਨ ਜਿੱਥੋਂ ਸਾਨੂੰ ਕੁਐਸਚਨ ਪੁੱਛਿਆ ਜਾ ਸਕਦਾ। ਮੈਂ ਦੋ ਕੁਐਸਚਨ ਤੁਹਾਨੂੰ ਇੱਥੇ ਪਹਿਲਾਂ ਕਰਵਾ ਕੇ ਦੱਸ ਰਿਹਾਗਾ ਤੁਹਾਨੂੰ ਇੱਥੇ, ਇਸ ਤੋਂ ਬਾਅਦ ਆਪਾਂ ਅੱਗੇ ਵਧਾਂਗੇ। ਸਭ ਤੋਂ ਪਹਿਲੀ ਗੱਲ, ਪਹਿਲੇ ਕੁਐਸਚਨ ਦੇਖੋ ਜੀ। ਪਹਿਲਾ ਜਿਹੜਾ ਕੁਐਸਚਨ ਹੈਗਾ, ਇਸ ਕੁਐਸਚਨ ਦੇ ਵਿੱਚ ਕੀ ਕਿਹਾ ਹੋਇਆ ਹੈਗਾ, ਕਹਿੰਦਾ ਇੱਕ 220/110 ਦਾ ਸਿੰਗਲ ਫੇਸ ਟਰਾਂਸਫਾਰਮਰ ਆ। ਦੇਖੋ ਬੱਚੇ, ਨੂਮੈਰੀਕਲ ਜੇ ਤੁਹਾਨੂੰ ਨਹੀਂ ਸਮਝ ਆਉਂਦੇ ਹੈਗੇ ਪਲੀਜ਼ ਆਪਣੇ ਮਨ ਦੇ ਵਿੱਚ ਵਿਸ਼ਵਾਸ ਰੱਖੋ ਅਤੇ ਪਿਆਰ ਨਾਲ ਪੜ੍ਹੋ ਸਬਜੈਕਟ ਨੂੰ। ਬੋਝ ਨਾ ਬਣਾਓ ਸਬਜੈਕਟ ਨੂੰ ਪਿਆਰ ਨਾਲ ਪੜ੍ਹੋ, ਸਭ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਸਮਝ ਆਵੇਗਾ, ਮੇਰਾ ਵਾਅਦਾ ਹੈਗਾ ਇਹ। ਧਿਆਨ ਨਾਲ ਦੇਖਿਓ, ਜਿੰਨੀ ਕੁ ਚੀਜ਼ ਉਹ ਲਿਖਦਾ ਹੈਗਾ ਸਿਰਫ ਓਨੀ ਕੁ ਚੀਜ਼ ਨੂੰ ਵਾਰ-ਵਾਰ ਪੜ੍ਹੋ ਅਤੇ ਉੱਥੋਂ ਉਹਦਾ ਅਰਥ ਕੱਢਣ ਦੀ ਕੋਸ਼ਿਸ਼ ਕਰਿਆ ਕਰੋ। ਜਿਵੇਂ ਉਹਨੇ ਕਿਹਾ ਹੈਗਾ ਵੀ ਇੱਕ, ਆਪਾਂ ਹਰੇਕ ਲਾਈਨ ਨੂੰ ਲਿਖੀ ਜਾਂਦੇ ਹਾਂ ਅਤੇ ਉਹਦੇ ਅਰਥ ਸਮਝਦੇ ਹਾਂ। ਇੱਕ 220/110 ਵੋਲਟ ਦਾ ਸਿੰਗਲ ਫੇਸ ਟਰਾਂਸਫਾਰਮਰ ਆ। ਪਹਿਲਾਂ ਤਾਂ ਆਪਾਂ ਇਹੀ ਗੱਲ ਕਹਿੰਦੇ ਵੀ ਉਹ ਕੀ ਹੈਗਾ, 220/110 ਵੋਲਟ ਦਾ ਸਿੰਗਲ ਫੇਸ ਟਰਾਂਸਫਾਰਮਰ ਆ। ਇੰਨੀ ਗੱਲ ਤੋਂ ਸਾਨੂੰ ਕੀ ਪਤਾ ਲੱਗਦਾ? ਪਹਿਲੀ ਗੱਲ ਤਾਂ ਇਹ ਪਤਾ ਲੱਗਦੀ ਆ ਇੱਥੋਂ ਕਿ ਇਹ ਜਿਹੜਾ ਟਰਾਂਸਫਾਰਮਰ ਆ ਇਹ ਸਟੈਪ ਡਾਊਨ ਟਰਾਂਸਫਾਰਮਰ ਆ। ਸਟੈਪ ਡਾਊਨ ਆ ਟਰਾਂਸਫਾਰਮਰ। ਜੇ ਪ੍ਰਾਇਮਰੀ ਸਾਈਡ ਅਸੀਂ 220 ਜਿਹੜੀ ਪਹਿਲਾਂ ਲਿਖੀ ਹੁੰਦੀ ਹੈ ਵੋਲਟੇਜ, ਇਹ ਪ੍ਰਾਇਮਰੀ ਸਾਈਡ ਦੀ ਹੁੰਦੀ ਹੈਗੀ, ਇਹ ਪ੍ਰਾਇਮਰੀ ਸਾਈਡ ਦੀ ਹੁੰਦੀ ਜਿਹੜੀ ਆ ਬਾਅਦ 'ਚੋਂ ਲਿਖੀ ਹੁੰਦੀ ਹੈ ਸੈਕੰਡਰੀ ਸਾਈਡ ਦੀ ਹੁੰਦੀ ਆ। ਮਤਲਬ ਕੋਰ ਦੀ ਇਨਪੁਟ ਦੇ ਵਿੱਚ ਆਪਾਂ ਇਨਪੁਟ ਦਿੱਤੀ ਹੈਗੀ 220, ਉਹਨੇ ਘਟਾ ਕੇ ਸਾਨੂੰ ਆਊਟਪੁੱਟ ਕਿੰਨੀ ਦੇਤੀ 110। ਆਊਟਪੁੱਟ ਦਾ ਮਤਲਬ ਬਾਹਰ ਲੋਡ ਵੱਲ ਸਾਨੂੰ ਕਿੰਨੀ ਦੇਤੀ 110 ਵੋਲਟ ਦੇਤੀ। ਤਾਂ ਇੱਥੋਂ ਸਾਨੂੰ ਪਤਾ ਲੱਗ ਰਿਹਾ ਵੀ ਜਿਹੜਾ ਟਰਾਂਸਫਾਰਮਰ ਆ ਵੋਲਟੇਜ ਨੂੰ ਕੀ ਕਰ ਰਿਹਾ ਹੈਗਾ, ਉਹ ਘਟਾ ਰਿਹਾ ਹੈਗਾ। ਠੀਕ ਹੈ ਜੀ, ਪਹਿਲੀ ਗੱਲ ਪਤਾ ਲੱਗ ਗਈ ਸਟੈਪ ਡਾਊਨ ਟਰਾਂਸਫਾਰਮਰ ਆ। ਦੂਜੀ ਗੱਲ ਪਤਾ ਅਸੀਂ ਕਰਨੀ ਹੈ ਵੀ ਕਿੰਨੀ ਵੋਲਟੇਜ ਵਧਾਉਂਦਾ ਘਟਾਉਂਦਾ ਹੈਗਾ। ਉਹ ਹੁੰਦਾ ਗਾ ਸਾਡਾ ਟਰਾਂਸਫਾਰਮੇਸ਼ਨ ਰੇਸ਼ੋ, ਜਿਹਨੂੰ ਅਸੀਂ ਕਹਿੰਦੇ N, ਵੀ ਉਹ ਕਿੰਨੀ ਆ, ਉਹ ਹੁੰਦੀ ਹੈਗੀ ਸਾਡੀ ਵੀ V2/V1। ਇਹ ਯਾਦ ਰੱਖਣਾ ਪਊਗਾ ਇਹ ਤਾਂ ਸਾਨੂੰ, V2/V1। ਜਿਹੜੀ V2/V1 ਹੁੰਦੀ ਹੈ, ਇਹ ਹੁੰਦੀ ਹੈਗੀ ਸਾਡੀ V2 ਵਾਲੇ ਪਾਸੇ ਵੋਲਟੇਜ। ਸਾਡੀ V2 ਕਿੰਨੀ ਹੈਗੀ 110, ਵੀ ਸੈਕੰਡਰੀ ਸਾਈਡ ਦੀ ਵੋਲਟੇਜ ਜਿਹੜੀ ਹੈਗੀ ਉਹ 110 ਹੈਗੀ, ਅਤੇ ਜਿਹੜੀ ਸਾਡੀ ਪ੍ਰਾਇਮਰੀ ਸਾਈਡ ਦੀ ਵੋਲਟੇਜ ਉਹ ਹੈਗੀ ਆ 220। ਅਤੇ ਇੱਥੋਂ ਜੇ ਅਸੀਂ ਕੱਢ ਕੇ ਦੇਖੀਏ ਸਾਡੇ ਕੋਲ 1/2 ਆਉਂਦਾ, ਮਤਲਬ ਸਾਡੀ ਵੋਲਟੇਜ ਨੂੰ ਕੀ ਕਰ ਰਿਹਾ ਹੈਗਾ, ਉਹ ਅੱਧਾ ਕਰ ਰਿਹਾ ਹੈਗਾ। ਪਹਿਲੀ ਗੱਲ ਤਾਂ ਇਹ ਪਤਾ ਲੱਗ ਗਈ। ਜੇ ਕਹਿੰਦਾ ਲਾਸ 0 ਮੰਨ ਲਿਆ ਜਾਵੇ, ਲਾਸ ਨਹੀਂ ਹੈਗਾ ਕੋਈ ਵੀ, ਜਿਹਦੀ ਜਿੰਨੀ ਵੋਲਟੇਜ ਪ੍ਰਾਇਮਰੀ ਸਾਈਡ ਵੱਲ ਆਈ ਆ ਦੂਜੀ ਸਾਈਡ ਉਨੀ ਹੀ ਜਾਊਗੀ। ਤਾਂ ਇਹਨੂੰ ਬੇਸ਼ੱਕ ਇਹਨੂੰ ਨਾ ਭੁੱਲ ਜਾਇਆ ਕਰੋ ਵੀ ਇਹ ਦਿੱਤਾ ਹੋਇਆ ਕਿ ਨਹੀਂ। ਕਦੇ ਇਹੋ ਜਿਹਾ ਕੁਛ ਨਹੀਂ ਹੋਵੇਗਾ ਤੁਹਾਨੂੰ ਪੇਪਰ ਦੇ ਵਿੱਚ ਵੀ ਇਹ ਲਾਸ ਮੰਨ ਕੇ ਤੁਹਾਨੂੰ ਉਸ ਤੋਂ ਬਾਅਦ ਸੈਕੰਡਰੀ ਸਾਈਡ ਦੇ ਉੱਪਰ ਕੋਈ ਵੋਲਟੇਜ ਪੁੱਛੀ ਹੋਏਗੀ। ਇਹ ਤੁਹਾਨੂੰ ਵੈਸੇ ਹੀ ਲਿਖਿਆ ਹੋਇਆ, ਇਹਨੂੰ ਭੁੱਲ ਜਾਓ। ਕਿਸੇ ਕੁਐਸਚਨ ਦੇ ਵਿੱਚ ਇਹਨੂੰ ਪੜ੍ਹਨਾ ਨਹੀਂ ਹੈਗਾ। ਠੀਕ ਹੈ, ਅੱਗੇ ਵੱਧਦੇ ਹਾਂ। HV ਸਾਈਡ ਦੀਆਂ ਟਰਨਾਂ ਪਤਾ ਕਰੋ। LV ਸਾਈਡ ਦੀਆਂ, ਅੱਛਾ ਉਹਨੇ ਕਿਹਾ LV ਸਾਈਡ ਦੀਆਂ ਟਰਨਾਂ 52 ਹਨ। LV ਸਾਈਡ ਦੀਆਂ, LV ਸਾਈਡ ਕਿਹੜੀ ਹੈਗੀ, LV ਸਾਈਡ ਕਿਹੜੀ ਆ, ਆਹ ਹੈਗੀ ਆ ਰਾਜੇ HV ਦਾ ਮਤਲਬ ਹਾਈ ਵੋਲਟੇਜ ਕਿਹੜੀ ਆ ਪ੍ਰਾਇਮਰੀ। LV ਸਾਈਡ ਕਿਹੜੀ ਹੈਗੀ, LV ਸਾਈਡ ਹੈਗੀ ਆ ਸਾਡੀ ਸੈਕੰਡਰੀ। ਤਾਂ ਇੱਧਰਲੀਆਂ LV ਸਾਈਡ ਦੀਆਂ ਸਾਨੂੰ ਟਰਨਾਂ ਪਤਾ ਲੱਗ ਗਈਆਂ। ਮਤਲਬ ਜੇ ਆਪਾਂ ਕਹੀਏ ਵੀ ਸਾਨੂੰ V1 ਪਤਾ ਲੱਗਿਆ ਕਿ V2 ਪਤਾ ਲੱਗਿਆਗਾ, ਤਾਂ ਸਾਨੂੰ ਜਿਹੜਾ ਪਤਾ ਲੱਗਿਆਗਾ ਬੱਚੇ ਉਹ ਪਤਾ ਲੱਗਿਆਗਾ ਕਿਹੜੀਆਂ ਦੇ ਨੇਗੀਆਂ, ਇਹ LV ਦੀਆਂ। ਤਾਂ ਇਹ V2 ਪਤਾ, V2 ਟਰਨਾਂ ਨੂੰ ਅਸੀਂ ਲਿਖਦੇ ਹੁੰਦੇ ਆਂਗੇ N1 ਹੁੰਦੀਆਂ ਨੇਗੀਆਂ ਸਾਡੀਆਂ ਪ੍ਰਾਇਮਰੀ ਦੀਆਂ ਟਰਨਾਂ, ਅਤੇ N2 ਹੁੰਦੀਆਂ ਨੇਗੀਆਂ ਸਾਡੀਆਂ ਸੈਕੰਡਰੀ ਦੀਆਂ ਟਰਨਾਂ। ਜਿੱਧਰ ਟਰਨਾਂ ਵੱਧ ਹੋਣਗੀਆਂ ਉੱਧਰ ਵੋਲਟੇਜ ਵੱਧ ਹੋਊ, ਜਿੱਧਰ ਟਰਨਾਂ ਘੱਟ ਹੋਣਗੀਆਂ ਉੱਧਰ ਵੋਲਟੇਜ ਘੱਟ ਹੋਊ। ਸਾਨੂੰ ਪਤਾ ਹੈਗਾ ਵੀ ਜਿਹੜੀ ਸਾਡੀ ਇਸ ਪਰਟੀਕੂਲਰ ਇਸ ਕੁਐਸਚਨ ਵਾਸਤੇ ਜਿਹੜੀਆਂ ਕਿੱਧਰਲੇ ਪਾਸੇ ਟਰਨਾਂ ਘੱਟ ਨੇ, LV ਵਾਲੇ ਪਾਸੇ ਘੱਟ ਨੇਗੀਆਂ ਟਰਨਾਂ, ਕਿਉਂਕਿ ਇੱਧਰ ਵੋਲਟੇਜ ਘੱਟ ਹੈਗੀ ਨਾ 110 ਹੀ ਹੈਗੀ। ਤਾਂ ਇੱਥੋਂ ਅਸੀਂ ਇੱਕ ਫਾਰਮੂਲਾ ਲਿਖਦੇ ਹੁੰਦੇ ਆਂਗੇ
ਵੀ ਜੇ ਅਸੀਂ ਟਰਨਾਂ ਨੂੰ ਵੋਲਟੇਜ ਨਾਲ ਰਿਲੇਟ ਕਰਨਾ ਹੋਵੇ ਤਾਂ ਅਸੀਂ ਇਦਾਂ ਲਿਖਾਂਗੇ V2 ਬਟੇ V1 N2 ਬਟੇ N1। ਜਦੋਂ ਦੋ ਵੋਲਟੇਜਾਂ ਦਿੱਤੀਆਂ ਹੋਣ ਤੇ ਇੱਕ ਟਰਨ ਦਿੱਤੀ ਹੋਵੇ ਤਾਂ ਇੱਥੋਂ ਅਸੀਂ ਕੱਢਾਂਗੇ। ਯਾਦ ਰੱਖਣਾਗਾ ਵੋਲਟੇਜ ਵਾਲੀ V2 ਲਿਖਿਆ ਤਾਂ ਟਰਨ ਵਾਲਾ ਵੀ N2 ਹੀ ਉੱਪਰ ਲਿਖਾਂਗੇ, ਹੇਠਾਂ V1 ਲਿਖਿਆ ਹੇਠਾਂ N1 ਲਿਖਾਂਗੇ। ਸਿਰਫ ਇੱਕ ਚੀਜ਼ ਦੇ ਵਿੱਚ ਪੁੱਠਾ ਹੁੰਦਾ, ਜੇ ਇਹਦੇ ਬਰਾਬਰ ਅਸੀਂ ਕਰੰਟ ਲਿਖਣਾ ਹੋਵੇ ਤਾਂ ਕਰੰਟ ਜੇ ਉੱਪਰ ਆਪਾਂ N2 ਪਾਇਆ ਤਾਂ ਕਰੰਟ ਜਦੋਂ ਬਰਾਬਰ ਲਿਖਾਂਗੇ ਉਹ I1 ਆਊਗਾ, ਹੇਠਾਂ I2 ਆਊਗਾ। ਫਿਲਹਾਲ ਤਾਂ ਸਾਨੂੰ ਇਹਦੀ ਲੋੜ ਨਹੀਂ ਹੈਗੀ, ਅਸੀਂ V2 ਦੀ ਵੈਲਿਊ ਭਰ ਦਿਆਂਗੇ। V2 ਦੀ ਵੈਲਿਊ ਸਾਡੀ ਹੈ ਕਿੰਨੀ ਹੈਗੀ? V2 ਦੀ ਵੈਲਿਊ ਹੈਗੀ ਸਾਡੀ 110, ਅਸੀਂ ਭਰ ਲਿਆ ਜੀ 110। V1 ਦੀ ਸਾਡੀ ਵੈਲਿਊ ਕਿੰਨੀ ਹੈ? 220। ਬੇਸ਼ੱਕ ਅਸੀਂ ਕੱਢ ਕੇ ਰੱਖਿਆ ਹੋਇਆ ਸੀਗਾ, ਚਲੋ ਕੋਈ ਨਾ ਦੁਬਾਰਾ ਲਿਖ ਲੈਂਦੇ ਹੈਗੇ ਆਪਾਂ। ਜਿਹੜੀਆਂ LV ਟਰਨਾਂ ਨੇ, LV ਦਾ ਮਤਲਬ ਇਹ ਟਰਨਾਂ ਕਿਹੜੀਆਂ ਦਿੱਤੀਆਂ, N1 ਕਿ N2? LV ਹੈਗਾ ਸਾਡਾ ਸੈਕੰਡਰੀ ਸਾਈਡ, ਤਾਂ ਇਹ ਦਿੱਤੀਆਂ ਹੋਈਆਂ ਨੇਗੀਆਂ ਸਾਨੂੰ N2 ਦਿੱਤੀਆਂ ਹੋਈਆਂ ਨੇਗੀਆਂ ਸਾਨੂੰ। ਕਿੰਨੀਆਂ ਦਿੱਤੀਆਂ ਹੋਈਆਂ ਨੇਗੀਆਂ N2? 52। N2 ਸਾਡਾ ਕਿੰਨਾ ਹੈਗਾ? 52 ਹੈਗਾ। ਆਹ ਵੀ ਅਸੀਂ ਲਿਖ ਲੈਣਾ ਹੈਗਾ। ਤਾਂ N2 ਇਹਦੀ ਥਾਂ ਤੇ ਭਰਨਾ ਅਸੀਂ 52, ਕੱਢਣਾ ਕੀ ਹੈਗਾ? N1 ਆ ਗਿਆ ਜੀ। ਜਦੋਂ ਸਾਡੇ ਕੋਲੇ ਇਦਾਂ ਬਣ ਕੇ ਆ ਜੇ ਇਕੁਏਸ਼ਨ, ਹੁਣ ਅਸੀਂ ਕੀ ਕਰਨਾ ਹੁੰਦਾ ਹੈਗਾ? ਅਸੀਂ ਦੇਖੋ ਜਿਹੜੀ ਚੀਜ਼ ਪਤਾ ਕਰਨੀ ਹੁੰਦੀ ਹੈਗੀ ਨਾ, ਇਹਨੂੰ ਪਹਿਲਾਂ ਤਾਂ ਕ੍ਰਾਸ ਮਲਟੀਪਲਾਈ ਕਰੀਦਾ ਹੁੰਦਾ ਹੈਗਾ। ਜਿਹਨੂੰ ਮੈਥ ਨਹੀਂ ਪਤਾ, ਕ੍ਰਾਸ ਮਲਟੀਪਲਾਈ ਮਤਲਬ ਇਹਦੀ ਗੁਣਾ N1 ਦੀ ਗੁਣਾ ਹੋਊਗੀ ਇਹਨੂੰ ਸੋਲਵ ਕਰਨ ਵਾਸਤੇ 110 ਨਾਲ, ਤੇ 220 ਦੀ ਗੁਣਾ ਹੋਊਗੀ 52 ਨਾਲ। ਹੁਣ ਜਿਹੜੀ ਚੀਜ਼ ਤੁਸੀਂ ਕੱਢਣੀ N1 ਕੱਢਣਾ ਨਾ, ਇਹਦੇ ਨਾਲ ਜੋ ਵੀ ਪਿਆ ਹੈਗਾ ਇਹਨੂੰ ਉੱਧਰ ਲੈ ਜਾਓ। ਮਤਲਬ ਇਹ ਉੱਪਰ ਪਿਆ ਹੈਗਾ, ਇੱਧਰ ਜਾ ਕੇ ਇਹ ਡਿਵਾਈਡ ਦੇ ਵਿੱਚ, ਇੱਥੇ ਗੁਣਾ 'ਚ ਪਿਆ ਸੀਗਾ ਨਾ, ਇਹ ਇੱਧਰ ਜਾ ਕੇ ਇਹ ਡਿਵਾਈਡ ਦੇ ਵਿੱਚ ਆ ਜਾਊਗਾ 110। ਤਾਂ ਇਹ ਇੱਧਰਲੇ ਪਾਸਿਓਂ ਮਿਟ ਜਾਏਗਾ। ਇੱਧਰੋਂ ਆਪਾਂ ਇਹਨੂੰ ਚੱਕ ਕੇ ਉੱਧਰ ਲਿਜਾ ਚੁੱਕੇ ਹਾਂਗੇ। ਤਾਂ ਹੁਣ ਸਾਡੇ ਕੋਲ 110 ਨਾਲ 220 ਕੱਟ ਜਾਏਗਾ, ਸਾਡਾ ਆ ਗਿਆ 2, ਤੇ 52 ਨੂੰ ਆਪਾਂ ਹੁਣ 2 ਨਾਲ ਗੁਣਾ ਕਰਾਂਗੇ। 52 ਨੂੰ 2 ਨਾਲ ਗੁਣਾ ਕੀਤਾ ਕਿੰਨਾ ਆ ਗਿਆ? 2 ਨਾਲ ਜਦੋਂ ਆਪਾਂ ਗੁਣਾ ਕਰਾਂਗੇ 104 ਟਰਨਾਂ ਆ ਗਈਆਂ। ਤਾਂ 104 ਟਰਨਾਂ ਨੇਗੀਆਂ ਸਾਡੀਆਂ, 104 ਟਰਨਸ ਨੇਗੀਆਂ ਕਿੱਧਰ? HV ਸਾਈਡ ਦੇ ਉੱਪਰ। ਇਹ ਗੱਲ ਇੱਥੋਂ ਚੈੱਕ ਕਰ ਲਿਆ ਕਰੋ ਵੀ HV ਸਾਈਡ ਜਿਹੜੀ ਹਾਈ ਵੋਲਟੇਜ ਸਾਈਡ ਹੁੰਦੀ ਆ, ਉਹਦੀਆਂ ਟਰਨਾਂ ਹਮੇਸ਼ਾ ਵੱਧ ਆਉਂਦੀਆਂ ਹੁੰਦੀਆਂ ਨੇਗੀਆਂ। ਕਲੀਅਰ ਹੋ ਗਈ ਜੀ ਗੱਲ ਇਹ? ਚਲੋ ਜੀ, ਆਪਾਂ ਦੂਜੇ ਕੁਐਸਚਨ ਵੱਲ ਵਧਦੇ ਆਂਗੇ। ਜਿਹੜਾ ਇਹ ਦੂਜਾ ਕੁਐਸਚਨ ਹੈਗਾ, ਇਹਦੇ ਵਿੱਚ ਲਗਭਗ ਉਹ ਸਾਰੇ ਫਾਰਮੂਲੇ ਯੂਜ਼ ਹੋ ਜਾਣਗੇ ਜਿੰਨੇ ਸਾਨੂੰ ਪਤਾ ਹੋਣੇ ਚਾਹੀਦੇ ਨੇਗੇ। ਤਾਂ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਦੇਖੋ ਵੀ ਸਾਨੂੰ ਇਨਫੋਰਮੇਸ਼ਨ ਕੀ ਮਿਲ ਰਹੀ ਹੈਗੀ। ਕਦੇ ਵੀ ਕੁਐਸਚਨ ਨੂੰ ਸਾਰੇ ਨੂੰ ਵੱਡੇ ਨੂੰ ਇਹ ਨਹੀਂ ਦੇਖਣਾ ਕਿ ਵੱਡਾ ਹੈਗਾ ਬਹੁਤ ਜ਼ਿਆਦਾ ਕੁਐਸਚਨ ਦੀ ਇਕੱਲੀ ਗੱਲ ਨੂੰ ਫੜੋ। ਕੁਐਸਚਨ ਦੇ ਵਿੱਚ ਸਾਨੂੰ ਦਿੱਤਾ ਕੀ ਹੋਇਆ, ਪਹਿਲਾਂ ਤਾਂ ਅਸੀਂ ਗਿਵਨ ਲਿਖ ਲੈਂਦੇ ਆਂਗੇ, ਠੀਕ ਹੈ। ਪਹਿਲਾਂ ਅਸੀਂ ਗਿਵਨ ਲਿਖ ਲਓ। ਪਹਿਲਾਂ ਅਸੀਂ ਲਿਖੋ ਵੀ ਗਿਵਨ ਕੀ ਆ, ਸਾਨੂੰ ਦਿੱਤਾ ਕੀ ਹੋਇਆਗਾ। ਦਿੱਤਾ ਹੋਇਆ ਸਾਨੂੰ ਵੀ ਇੱਕ ਟਰਾਂਸਫਾਰਮਰ ਆ ਜਿਹਦੀ ਪ੍ਰਾਇਮਰੀ ਦੇ ਵਿੱਚ ਕਿੰਨੀਆਂ ਟਰਨਾਂ, ਕਿੰਨੀ ਵੋਲਟੇਜ ਕਿੰਨੀ ਹੈਗੀ? 2000 ਵੋਲਟ ਪ੍ਰਾਇਮਰੀ ਹੈਗੀ। ਤਾਂ ਵੋਲਟੇਜ ਨਾਲ ਲਿਖਿਆ ਜਾਊਗਾ V1 ਸਾਨੂੰ ਦਿੱਤਾ ਹੋਇਆ ਕਿੰਨਾ? 2000। ਆਪਾਂ ਇੱਦਾਂ ਲਿਖਣਾ ਸ਼ੁਰੂ ਕਰਦੇ ਹਾਂ, ਸਾਰਾ ਕੁਐਸਚਨ ਨਹੀਂ ਪੜ੍ਹਦੇ ਹੈਗੇ ਅਸੀਂ। ਫਿਰ ਸਾਨੂੰ ਦਿੱਤਾ ਹੋਇਆਗਾ V2, ਮਤਲਬ ਸੈਕੰਡਰੀ ਸਾਈਡ ਦੇ ਉੱਪਰ ਵੋਲਟੇਜ ਸਾਡੀ ਕਿੰਨੀ ਹੈਗੀ? 200 ਵੋਲਟ। ਜਿਹਦਾ ਥੋੜਾ ਜਿਹਾ ਵੀ ਮੈਥ ਵਧੀਆ ਨਾ, ਸਾਫ਼ ਇਹ ਤੋਂ ਪਤਾ ਲੱਗਦਾ ਵੀ 2000 ਨੂੰ ਉਹਨੇ ਕਿੰਨਾ ਕਰਤਾ? 200 ਕਰਤਾ। ਤਾਂ ਕਿੰਨੇ ਗੁਣਾ ਵੋਲਟੇਜ? 1 0 ਕੱਟ ਗਈ ਨਾ, ਤਾਂ 10 ਗੁਣਾ ਵੋਲਟੇਜ ਉਹਨੇ ਘਟਾਤੀ। ਤਾਂ ਪੱਕੀ ਗੱਲ ਆ ਸੈਕੰਡਰੀ ਸਾਈਡ ਦੇ ਉੱਪਰ 10 ਗੁਣਾ ਕਰੰਟ ਵੱਧ ਜਾਊਗਾ। ਆਪਾਂ ਤਾਂ ਚਲੋ ਫਾਰਮੂਲੇ ਨਾਲ ਕੱਢਣਾ, ਵੈਸੇ ਤੁਹਾਨੂੰ ਦੱਸ ਰਿਹਾ ਹੈਗਾ। ਜਿਹਦਾ ਮੈਥ ਵਧੀਆ ਹੋਵੇ ਉਹ ਇੱਥੋਂ ਇਹ ਅੰਦਾਜ਼ਾ ਲਗਾ ਸਕਦਾ। ਜਿਹੜਾ ਆਹ KVA ਦਿੱਤਾ ਹੋਇਆ, ਸਾਨੂੰ ਪਤਾ ਟਰਾਂਸਫਾਰਮਰ ਦੀ ਜਿਹੜੀ ਰੇਟਿੰਗ ਹੁੰਦੀ ਹੈ ਉਹ KVA ਦੇ ਵਿੱਚ ਹੁੰਦੀ ਹੈ। ਇਹਦਾ ਮਤਲਬ ਇਹ ਕੀ ਦਿੱਤੀ ਹੋਈ ਹੈ ਸਾਨੂੰ? ਪਾਵਰ। ਤਾਂ ਪਾਵਰ ਜਿਹੜੀ ਦਿੱਤੀ ਹੋਈ ਹੈਗੀ ਸਾਨੂੰ, ਉਹ 20 KVA ਦਿੱਤੀ ਹੋਈ ਹੈ, 20 KVA। ਹੁਣ ਜੇ ਅਸੀਂ ਇਹਨੂੰ VA ਦੇ ਵਿੱਚ ਕਨਵਰਟ ਕਰਨਾ ਹੋਵੇ, ਕਿਲੋਆਂ ਦੇ ਵਿੱਚ ਨਾ ਰੱਖਣਾ ਹੋਵੇ, ਕਿਉਂਕਿ ਆਨਸਰ ਸਾਡਾ ਵੋਲਟ ਦਿੱਤਾ ਹੋਇਆ ਨਾ, ਵੋਲਟੇਜ ਸਾਨੂੰ ਵੋਲਟ ਦੇ ਵਿੱਚ ਦਿੱਤੀ ਹੋਈ ਹੈ, ਕਰੰਟ ਸਾਡਾ ਜਿਹੜਾ ਆਊਗਾ ਐਂਪੀਅਰ 'ਚ ਆਊਗਾ। ਤਾਂ ਸਾਨੂੰ ਇਹਨੂੰ ਸਭ ਤੋਂ ਪਹਿਲਾਂ ਕਨਵਰਟ ਕਰਨਾ ਪੈਂਦਾ ਹੁੰਦਾ VA ਦੇ ਵਿੱਚ। ਤਾਂ 1 ਕਿਲੋ ਦੇ ਵਿੱਚ ਜੇ 1 ਕਿਲੋ ਲਿਖਿਆ ਹੋਵੇ, 1 ਕਿਲੋ ਦੇ ਵਿੱਚ ਹੁੰਦਾ 1000। ਤਾਂ ਮਤਲਬ ਆਹ K ਆ ਜਿਹੜਾ, K ਦੀ ਥਾਂ 'ਤੇ ਅਸੀਂ ਲਿਖਾਂਗੇ 1000। ਮਤਲਬ 20 ਤਾਂ ਇੱਦਾਂ ਹੀ ਲਿਖ ਲਿਆ, ਆਹ K ਦੀ ਥਾਂ 'ਤੇ ਲਿਖ ਲਿਆ ਸੀ 1000, ਅਤੇ ਪਿੱਛੇ ਹੁਣ ਸਾਡਾ VA ਆ ਗਿਆ। K ਦੀ ਥਾਂ 'ਤੇ 1000 ਲਿਖਿਆ, VA ਤਾਂ ਉੱਦਾਂ ਹੀ ਰਹਿ ਗਿਆ। ਮਤਲਬ ਇਹ ਸਾਡਾ ਟਰਾਂਸਫਾਰਮਰ ਆ ਜਿਹੜਾ, ਉਹ ਸਾਡਾ ਕਿੰਨੇ ਦਾ? 20000 VA ਦਾ ਹੈਗਾ। ਕਲੀਅਰ ਹੋਈ ਜੀ ਗੱਲ? ਠੀਕ ਹੈ ਜੀ, ਅੱਗੇ ਚੱਲਦੇ ਹਾਂ। ਹੁਣ ਆਪਾਂ ਹੌਲੀ ਹੌਲੀ ਅੱਗੇ ਵੱਧਦੇ ਹਾਂ। ਟਰਾਂਸਫਾਰਮਰ ਦੀ ਸੈਕੰਡਰੀ ਕੋਇਲ ਵਿੱਚ 66 ਟਰਨਾਂ ਹਨ। N2 ਦਿੱਤਾ ਹੋਇਆ ਜੀ ਸਾਨੂੰ, N2 ਦਿੱਤਾ ਹੋਇਆ ਹੈਗਾ ਸਾਨੂੰ ਸੈਕੰਡਰੀ ਸਾਈਡ ਵੱਲ 66 ਟਰਨਾਂ ਨੇ N2, ਕਿਉਂਕਿ ਸੈਕੰਡਰੀ ਸਾਈਡ ਵੱਲ ਆ ਤਾਂ ਆਪਾਂ N ਨੂੰ ਆਪਾਂ 2 ਲਿਖਾਂਗੇ।
66 ਟਰਨਾਂ ਨੇਗੀਆਂ ਸਾਡੀਆਂ। ਜੇਕਰ ਲਾਸ ਸਿਫਰ ਮੰਨ ਲਿਆ ਜਾਵੇ, ਅਸੀਂ ਇਹ ਪਤਾ ਨਹੀਂ ਕਰਨਾ, ਸਾਨੂੰ ਪੁੱਛਿਆ ਗਿਆ ਪ੍ਰਾਇਮਰੀ ਦੀਆਂ ਟਰਨਾਂ ਕੀ ਹੋਣਗੀਆਂ। ਆਹ ਟਰਨਾਂ ਕਿਹਦੀਆਂ ਨੇਗੀਆਂ, N2 ਆ। ਤਾਂ ਫਾਰਮੂਲਾ ਤੁਹਾਨੂੰ ਪਿਛਲੇ ਕੁਐਸਚਨ ਦੇ ਵਿੱਚ ਵੀ ਕਰਵਾਇਆ ਸੀਗਾ, ਫਿਰ ਮੈਂ ਲਿਖਣ ਲੱਗਿਆਗਾ। ਚਾਹੇ ਤਾਂ ਤੁਸੀਂ ਜਿਹੜਾ ਫਾਰਮੂਲਾ ਵੈਸੇ ਤਾਂ ਫਿਕਸ ਲਿਖ ਲਓ, V2/V1, V2 ਦੇ ਸਾਹਮਣੇ ਕੀ ਲਿਖਣਾ, N2 ਲਿਖਣਾ, ਤੇ ਹੇਠਲੇ ਪਾਸੇ ਕੀ ਲਿਖਣਾ, N1 ਲਿਖਣਾ। ਵੈਸੇ ਜੇ ਦੇਖਿਆ ਜਾਵੇ ਇਹ ਇਦਾਂ ਵੀ ਤੁਸੀਂ ਲਿਖ ਸਕਦੇ ਹੋ, ਜੇ ਮੈਂ ਦੋਨਾਂ ਦਾ ਤਰੀਕਿਆਂ ਨਾਲ ਕਰਕੇ ਦਿਖਾਉਣਾ। ਦੇਖੋ ਧਿਆਨ ਨਾਲ ਸੁਣਿਓ। ਜੇ ਮੈਂ ਲਿਖ ਲੈਂਦਾ V1 ਉੱਪਰ ਲਿਖ ਲੈਂਦਾ ਤੇ V2 ਹੇਠਾਂ ਲਿਖ ਲੈਂਦਾ, ਫਿਰ ਕੀ ਹੁੰਦਾ। ਆਪਾਂ ਦੋਨੇ ਤਰੀਕਿਆਂ ਨਾਲ ਕਰਕੇ ਦੇਖਾਂਗੇ। ਉੱਪਰ ਲਿਖਾਂਗੇ ਆਪਾਂ N1, ਹੇਠਾਂ ਲਿਖਾਂਗੇ ਆਪਾਂ N2। ਬਸ ਧਿਆਨ ਕੀ ਰੱਖਣਾ ਹੁੰਦਾ ਵੀ ਬਟੇ ਤੋਂ ਉੱਪਰ ਜੇ 1 ਲਿਖਿਆ ਹੈਗਾ ਤਾਂ ਬਟੇ ਤੋਂ ਉੱਪਰ 1 ਲਿਖਣਾ। ਵੋਲਟੇਜ ਦਾ ਜੇ 1 ਲਿਖਿਆ ਨਾ ਤਾਂ ਸੈਕੰਡਰੀ ਜਿਹੜਾ ਆਪਣਾ ਟਰਨ ਆ ਉਹਦਾ ਵੀ 1 ਲਿਖਣਾ। ਬਟੇ ਦੇ ਵਿੱਚ ਜੇ ਆਪਾਂ ਹੇਠਲੇ ਪਾਸੇ, ਬਟਿਆਂ ਦੇ ਹੇਠਲੇ ਪਾਸੇ 2 ਲਿਖਿਆ ਹੈਗਾ ਵੋਲਟੇਜ ਦਾ, ਤਾਂ ਇੱਧਰਲੇ ਪਾਸੇ ਵੀ N ਦਾ 2 ਲਿਖਿਆ ਜਾਊਗਾ। ਜੇ ਤਾਂ ਉੱਪਰ ਲਿਖਣੀ ਆ ਤਾਂ ਦੋਵੇਂ ਚੀਜ਼ਾਂ ਉੱਪਰ ਲਿਖੀਆਂ ਜਾਣਗੀਆਂ 2, ਹੇਠਾਂ ਲਿਖਣੀਆਂ ਨੇ ਤਾਂ ਹੇਠਾਂ ਲਿਖੀਆਂ ਜਾਣਗੀਆਂ 2। ਬਸ ਸਾਹਮਣੇ ਇੱਕ ਦੂਜੇ ਦੇ ਸਾਹਮਣੇ ਲਿਖਣੀਆਂ, ਇਹ ਗੱਲਾਂ ਧਿਆਨ ਰੱਖਣਾ। ਚਲੋ ਆਪਾਂ ਕੱਢ ਕੇ ਦੇਖਦੇ ਹਾਂ V2 ਦੀ ਵੈਲਿਊ ਕਿੰਨੀ ਹੈ। ਸਾਨੂੰ 200 ਦਿੱਤੀ ਹੋਈ ਆ, ਦੇਖੋ ਜੀ ਇੱਥੋਂ 200 ਭਰ ਲਈਏ, ਭਰ ਲਈ। V1 ਸਾਨੂੰ 2000 ਦਿੱਤਾ ਹੋਇਆ, ਭਰ ਲਿਆ, ਬਰਾਬਰ ਹੈ N2 ਦੀ ਵੈਲਿਊ ਦਿੱਤੀ ਹੋਈ ਆ 66। ਆ ਲਓ ਜੀ, N1 ਕੱਢਣਾਗਾ, N1 ਜਿਹੜਾ ਸੀ ਉਹ ਕੱਢਣਾਗਾ, N1 ਅਸੀਂ ਕੱਢਣਾਗਾ। ਕ੍ਰਾਸ ਮਲਟੀਪਲਾਈ ਕਰਨੀ ਹੈਗੀ। ਵੀਡੀਓ ਨੂੰ ਪੌਜ਼ ਕਰੋ, ਪਹਿਲਾਂ ਆਪੀ ਆਨਸਰ ਕੱਢੋ। ਜਿਨ੍ਹਾਂ ਦਾ ਮੈਥ ਕਮਜ਼ੋਰ ਆ ਨਾ, ਜਿਹੜੇ ਕਹਿੰਦੇ ਸਾਥੋਂ ਨੂਮੈਰੀਕਲ ਨਹੀਂ ਨਿਕਲਦੇ, ਵੀਡੀਓ ਨੂੰ ਪੌਜ਼ ਕਰਕੇ ਆਨਸਰ ਕੱਢਣਾ, ਬਾਅਦ ਚੋਂ ਮੇਰੇ ਨਾਲ ਮੈਚ ਕਰਨਾਗਾ ਤੁਸੀਂ। ਚਲੋ ਮੈਂ ਕਰ ਰਿਹਾਗਾ, 2000 ਨੂੰ ਗੁਣਾ ਕਰਾਂਗਾ ਮੈਂ 66 ਨਾਲ। ਮਿਹਨਤ ਤਾਂ ਦੇਖੋ ਥੋੜ੍ਹੀ ਬਹੁਤੀ ਕਰਨੀ ਪਏਗੀ, ਜੇ ਸਿਰਫ ਦੇਖੀ ਜਾਓਗੇ ਕੁਝ ਸਮਝ ਨਹੀਂ ਆਉਣਾ ਹੈਗਾ ਬੱਚੇ। ਹੁਣ ਜਿੱਧਰ N1 ਹੈ ਅਸੀਂ ਪਤਾ ਕਰਨਾ, ਇਹਦੇ ਨਾਲ ਜੋ ਚੀਜ਼ ਗੁਣਾ 'ਚ ਪਈ ਆ ਉਹ ਇੱਧਰ ਜਾ ਕੇ ਇੱਧਰ ਲੈ ਕੇ ਜਾਣੀ ਪਊ, ਤੇ ਇੱਧਰ ਜਾ ਕੇ ਕੀ ਹੋ ਜੂ, ਵੰਡ 'ਚ ਆ ਜੂਗੀ ਉਹ। ਤਾਂ N1 ਦੀ ਜਿਹੜੀ ਵੈਲਿਊ ਆ ਜੂਗੀ ਉਹ ਆ ਜੂਗੀ 2000 ਗੁਣਾ 66 ਡਿਵਾਈਡ ਬਾਏ ਕਿੰਨਾ, 200। ਤਾਂ ਦੇਖੋ 200 ਨਾਲ ਜਿਹੜਾ 2000 ਆ ਕਿਵੇਂ ਕੱਟਿਆ, 10 ਆ ਗਿਆ। ਜੇ 10 ਆ ਗਿਆ ਤਾਂ 10 ਨੂੰ ਜੋ 6 ਨਾਲ 66 ਨਾਲ ਗੁਣਾ ਕੀਤਾ ਕਿੰਨਾ ਗਿਆ, 660 ਟਰਨਾਂ ਆ ਗਈਆਂ। ਕਾਹਦੀਆਂ ਨੇਗੀਆਂ, N1 ਦੀਆਂ ਨੇਗੀਆਂ। ਪ੍ਰਾਇਮਰੀ ਸਾਈਡ ਵੱਲ ਜਿਹੜੀਆਂ ਟਰਨਾਂ ਆ ਗਈਆਂ ਉਹ ਸਾਡੀਆਂ ਕਿੰਨੀਆਂ ਆ ਗਈਆਂ ਜੀ, 660 ਆ ਗਈਆਂ। ਇਹ ਪਹਿਲਾ ਕੁਐਸਚਨ ਸਾਡਾ ਸੋਲਵ ਹੋ ਗਿਆ ਜਿਹੜਾ ਸਾਨੂੰ ਦਿੱਤਾ ਸੀਗਾ। ਪੇਪਰ ਦੇ ਵਿੱਚ ਤਾਂ ਕੋਈ ਇੱਕ ਚੀਜ਼ ਪੁੱਛੂਗਾ ਨਾ, ਪੇਪਰ ਦੇ ਵਿੱਚ ਸਾਰਾ ਕੁਝ ਤਾਂ ਪੁੱਛ ਨਹੀਂ ਸਕਦਾ। ਜੇ ਟਰਨਾਂ ਪੁੱਛਿਆ ਸੀ, ਆਹ ਸਾਡਾ ਆਨਸਰ ਆ ਚੁੱਕਿਆ। ਕਿੰਨਾ ਆਨਸਰ ਆ ਚੁੱਕਿਆ, 660 ਆ ਚੁੱਕਿਆ ਹੈ। ਕਲੀਅਰ ਹੋ ਗਈ ਜੀ ਗੱਲ, ਬਿਲਕੁਲ ਠੀਕ ਹੈਗਾ ਆਨਸਰ। ਆਪਾਂ ਨਾਲ ਦੀਆਂ ਚੈੱਕ ਕਰੀਏ ਨੇ, ਬਿਲਕੁਲ ਠੀਕ ਆਨਸਰ ਆਏਗਾ। ਹੁਣ ਅਸੀਂ ਕੱਢਣਾਗਾ, ਅੱਛਾ ਹੁਣ ਬੱਚੇ ਆਹ ਤਰੀਕੇ ਨਾਲ ਆਪਦੇ ਆਪ ਕੱਢੋ। ਤੁਸੀਂ ਇਹਨੂੰ ਆਪਦੇ ਆਪ ਕਰਕੇ ਦੇਖਣਾਗਾ, ਮੈਂ ਕਰਵਾਵਾਂ ਕਿ ਨਾ ਕਰਵਾਵਾਂ। ਚਲੋ ਮੈਂ ਕਰਵਾ ਦਿੰਨਾਗਾ, ਛੇਤੀ ਛੇਤੀ ਲਿਖ ਲੈਂਦੇ। V1 ਆ ਜਿਹੜਾ ਸਾਡਾ, ਦੇਖ ਲੈਂਦੇ ਆਪਾਂ। V1 ਆ ਜਿਹੜਾ ਸਾਡਾ, ਉੱਪਰ ਆਪਾਂ 1 ਲਿਖਣਾ। V1 ਸਾਡਾ ਹੈਗਾ ਗਾ 2000, V2 ਹੈਗਾ ਸਾਡਾ 200। ਜਿਹੜਾ ਇੱਧਰਲੇ ਪਾਸੇ N1 ਆ ਸਾਡਾ, N1 ਸਾਨੂੰ ਪਤਾ ਨਹੀਂ ਹੈਗਾ। N2 ਅਸੀਂ ਕੱਢਣਾਗਾ, N2 ਸਾਡਾ, N1 ਸਾਨੂੰ ਪਤਾ ਨਹੀਂ ਹੈਗਾ। N2 ਆ ਜਿਹੜਾ ਸਾਡਾ ਉਹ ਸਾਨੂੰ ਦਿੱਤਾ ਹੋਇਆ, ਕਿੰਨਾ ਦਿੱਤਾ ਹੋਏਗਾ, 66 ਦਿੱਤਾ ਹੋਇਆ। ਤਾਂ ਅਸੀਂ ਭਰ ਲੈਂਦੇ ਇੱਥੇ 66। ਕ੍ਰਾਸ ਮਲਟੀਪਲਾਈ ਹੋਊਗੀ, 66 ਗੁਣਾ ਹੋਊਗਾ 2000 ਦੇ ਨਾਲ, N1 ਗੁਣਾ ਹੋਊਗਾ 200 ਦੇ ਨਾਲ। 200 ਨੂੰ ਇੱਧਰ ਲੈ ਕੇ ਜਾਣਾ ਪਊਗਾ, ਤਾਂ N1 ਦੀ ਵੈਲਿਊ ਕਿੰਨੀ ਆ ਜਾਊਗੀ, 66 ਗੁਣਾ 2000 ਡਿਵਾਈਡ ਬਾਏ 200। ਇਹ 10 ਆ ਜਾਊਗਾ। 10 ਨੂੰ ਜਦੋਂ ਕੀਤਾ ਆਪਾਂ ਤਾਂ ਕਿੰਨਾ ਆ ਗਿਆ, 660 ਆ ਗਿਆ। ਦੇਖੋ ਜੀ ਦੋਵੇਂ ਤਰੀਕਿਆਂ ਨਾਲ ਸਾਡਾ ਆਨਸਰ ਜਿਹੜਾ ਸਾਡਾ ਸੇਮ ਆ ਰਿਹਾ। ਗੱਲ ਕੀ ਹੈ, ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਬਰਾਬਰ 1 ਦੇ ਬਰਾਬਰ 1, 2 ਦੇ ਬਰਾਬਰ 2। ਚਲੋ ਇਹ ਤਾਂ ਹੋ ਗਿਆ ਜੀ ਸਿੰਪਲ ਕੁਐਸਚਨ ਦੇ ਵਿੱਚ ਅੱਗੇ ਵਧਦੇ ਹਾਂ। ਇਹਨੂੰ ਉਤਾਰ ਲਓ, ਮੈਂ ਇਹਨੂੰ ਡਿਲੀਟ ਕਰ ਲੂੰਗਾ। ਫਿਰ ਦੂਜੇ ਕੁਐਸਚਨ ਦੇ ਵਿੱਚ ਉਹ ਕਹਿ ਰਿਹਾ ਹੈਗਾ ਪ੍ਰਾਇਮਰੀ ਅਤੇ ਸੈਕੰਡਰੀ ਕਰੰਟ ਕੱਢੋ ਜੀ। ਪ੍ਰਾਇਮਰੀ ਤੇ ਸੈਕੰਡਰੀ ਕਰੰਟ ਤਾਂ ਨਿਕਲਦੇ ਹੁੰਦੇ ਨੇਗੇ ਜੇ ਸਾਨੂੰ ਦੋ ਚੀਜ਼ਾਂ ਦਿੱਤੀਆਂ ਹੋਣ, ਮਤਲਬ ਪਾਵਰ ਇਜ਼ ਇਕੁਅਲ ਟੂ ਵੋਲਟੇਜ ਗੁਣਾ ਕਰੰਟ ਹੁੰਦਾ। ਜੇ ਸਾਨੂੰ ਆਹ ਵੋਲਟੇਜ ਤੇ ਪਾਵਰ ਦਿੱਤੀ ਹੋ ਤਾਂ ਅਸੀਂ ਕਰੰਟ ਕੱਢ ਸਕਾਂਗੇ। ਬਟ ਇੱਥੇ ਵੋਲਟੇਜਾਂ ਦੋ ਨੇਗੀਆਂ, ਇੱਕ ਆਹ ਵੋਲਟੇਜ ਹੈ, ਇੱਕ ਆਹ ਵੋਲਟੇਜ ਹੈਗੀ। ਅਸੀਂ ਦੋਨਾਂ ਦੇ ਵਿੱਚੋਂ ਕਿਹੜੀ ਵੋਲਟੇਜ ਭਰਾਂਗੇ ਉਹਦੇ ਵਾਸਤੇ ਦੇਖੋ ਜਿਹੜੀ ਪਾਵਰ ਹੁੰਦੀ ਆ, ਅਸੀਂ ਕੀ ਕਿਹਾ ਸੀਗਾ ਵੀ ਜਿਹੜਾ ਟਰਾਂਸਫਾਰਮਰ ਹੁੰਦਾ, ਟਰਾਂਸਫਾਰਮਰ ਦੇ ਦੋਨੇ ਪਾਸੇ ਪਾਵਰ ਇੱਧਰ ਵੀ ਤੇ ਪਾਵਰ ਇੱਧਰ ਵੀ ਬਰਾਬਰ ਹੁੰਦੀ ਆ। ਜਿਹੜੀ ਪ੍ਰਾਇਮਰੀ ਵਾਲੀ ਪਾਵਰ ਹੁੰਦੀ ਆ ਉਹ ਪ੍ਰਾਇਮਰੀ ਵਾਲੀ ਵੋਲਟੇਜ ਤੇ ਪ੍ਰਾਇਮਰੀ ਵਾਲੇ ਕਰੰਟ ਨੂੰ ਗੁਣਾ ਕਰਕੇ ਮਿਲਦੀ ਹੁੰਦੀ ਆ। ਧਿਆਨ ਨਾਲ ਸਮਝੋ ਇਹ ਗੱਲ ਨੂੰ। ਤੇ ਜਿਹੜੀ ਸਾਡੀ ਸੈਕੰਡਰੀ ਵਾਲੀ ਪਾਵਰ ਹੁੰਦੀ ਆ, ਸੈਕੰਡਰੀ ਵਾਲੀ ਪਾਵਰ ਸੈਕੰਡਰੀ ਵਾਲੀ ਵੋਲਟੇਜ ਨੂੰ ਸੈਕੰਡਰੀ ਵਾਲੇ ਕਰੰਟ ਦੇ ਨਾਲ ਗੁਣਾ ਕਰਕੇ ਆਉਂਦੀ ਹੁੰਦੀ ਹੈਗੀ। ਇਹ ਚੀਜ਼ਾਂ ਫਿਕਸ ਨੇਗੀਆਂ ਵੀ ਪ੍ਰਾਇਮਰੀ ਵਾਲੇ ਪਾਸੇ ਜਿਹੜੀ ਸਾਨੂੰ VA ਦਿੱਤੀ ਹੋਈ ਹੈਗੀ ਉਹੀ VA ਪ੍ਰਾਇਮਰੀ ਸਾਈਡ ਵੱਲ ਹੋਏਗੀ, ਉਹੀ VA ਜਿਹੜੀ ਸਾਡੀ ਸੈਕੰਡਰੀ ਸਾਈਡ ਵੱਲ ਹੋਏਗੀ, ਕਿਉਂਕਿ ਪਾਵਰ ਦੋਨੇ ਪਾਸੇ ਬਰਾਬਰ ਹੁੰਦੀ ਹੈ ਇੱਕ ਟਰਾਂਸਫਾਰਮਰ ਦੇ ਵਿੱਚ। ਇੱਕ ਚੀਜ਼ ਹੋਰ ਬਰਾਬਰ ਹੁੰਦੀ ਹੈ ਟਰਾਂਸਫਾਰਮਰ ਦੇ ਦੋਨੇ ਸਾਈਡਾਂ ਦੇ ਉੱਪਰ, ਪਤਾ ਕੀ ਦੱਸਿਆ ਸੀਗਾ ਪਿਛਲੀ ਵੀਡੀਓ ਦੇ ਵਿੱਚ, ਫ੍ਰੀਕੁਐਂਸੀ।
ਫ੍ਰੀਕੁਐਂਸੀ ਵੀ ਬਰਾਬਰ ਹੁੰਦੀ ਹੈਗੀ। ਤਾਂ ਚਲੋ ਜੀ ਆਪਾਂ ਅੱਗੇ ਚੱਲਦੇ ਆਂਗੇ। ਆਪਾਂ ਆਹ ਫਾਰਮੂਲੇ ਦੇ ਵਿੱਚ ਤੁਹਾਡੀ ਮਰਜ਼ੀ ਆਹ ਲਗਾ ਲਓ ਚਾਹੇ ਆਹ ਲਗਾ ਲਓ, ਤੁਹਾਨੂੰ ਵੈਸੇ ਦੋਏ ਕਰੰਟ ਪੁੱਛਿਆ ਕਿ ਤਾਂ ਦੋਏ ਕਰੰਟ ਕੱਢਣੇ ਆ, ਦਾ ਮਤਲਬ ਦੋਨੇ ਪਾਸੇ ਫਾਰਮੂਲਾ ਲੱਗੂਗਾ। ਤਾਂ ਪਹਿਲਾ ਫਾਰਮੂਲਾ ਆਪਾਂ I1 ਕੱਢਣ ਵਾਸਤੇ ਆਪਾਂ ਇੱਕ ਕੰਮ ਕਰਦੇ ਹਾਂ, ਪ੍ਰਾਇਮਰੀ ਕੱਢਣ ਵਾਸਤੇ ਤਾਂ ਆਪਾਂ ਲਿਖਾਂਗੇ V1 ਗੁਣਾ I1, ਇਹ ਬਰਾਬਰ ਕੀ ਦੇ ਆ, ਟੋਟਲ VA ਦੇ। ਤਾਂ ਕੱਢ ਲਓ ਜੀ ਇਹ ਤੋਂ। V1 ਸਾਡਾ ਕਿੰਨਾ ਗਾ, ਦੇਖੋ 2000 ਆ। I1 ਸਾਨੂੰ ਪਤਾ ਨਹੀਂ। VA ਸਾਡਾ ਕਿੰਨਾ, 20000, 1 2 3। ਤਾਂ I1 ਦੇ ਨਾਲ ਜੋ ਪਿਆ ਇਹਨੂੰ ਉੱਧਰ ਲਿਜਾ ਕੇ ਡਿਵਾਈਡ ਕਰ ਦਿਓ। 20000 1 2 3, ਇਹਨੂੰ ਆਪਾਂ ਡਿਵਾਈਡ ਕਰਾਂਗੇ 2000 ਨਾਲ। 1 2 3, 3 ਜ਼ੀਰੋ ਨਾਲ 3 ਜ਼ੀਰੋ ਕੱਟੇਂਗੇ, 2 ਨਾਲ ਜਦੋਂ ਆ ਕੱਟਾਂਗੇ ਕਿੰਨਾ ਆਊਗਾ, 20 ਨੂੰ 2 ਨਾਲ ਕਰਾਂਗੇ ਸਾਡਾ 10 ਆ ਜਾਊਗਾ। ਤਾਂ I1 ਕਰੰਟ ਸਾਡਾ ਕਿੰਨਾ ਆ ਗਿਆ, 10। ਪ੍ਰਾਇਮਰੀ ਸਾਈਡ ਵੱਲ ਕੀ ਹੈਗਾ, ਜੇ ਤੁਹਾਨੂੰ ਮੈਂ ਤੁੱਕਾ ਮਾਰ ਕੇ ਦੱਸਾਂ, ਪ੍ਰਾਇਮਰੀ ਸਾਈਡ ਵੱਲ ਵੋਲਟੇਜ ਕੀ ਆ, ਵੱਧ ਆ ਗਈ। ਵੋਲਟੇਜ ਵੱਧਦਾ, ਪਾਵਰ ਸੇਮ ਹੈ, ਇਹਦਾ ਮਤਲਬ ਪ੍ਰਾਇਮਰੀ ਸਾਈਡ ਵੱਲ ਕਰੰਟ ਕੀ ਹੋਊਗਾ, ਘੱਟ ਹੋਊਗਾ। ਸੈਕੰਡਰੀ ਸਾਈਡ ਵੱਲ ਵੋਲਟੇਜ ਘੱਟ ਆ ਗਈ, ਸੈਕੰਡਰੀ ਸਾਈਡ ਵੱਲ ਕਰੰਟ ਜ਼ਿਆਦਾ ਆਊਗਾ। ਆਪਾਂ ਕੱਢ ਕੇ ਦੇਖ ਵੀ ਲੈਂਦੇ ਆਂਗੇ, ਜ਼ਿਆਦਾ ਆਊ, ਪੱਕੀ ਗੱਲ ਹੈਗੀ। ਕਿਉਂਕਿ ਤੁਸੀਂ ਜੇ ਦੇਖਿਆ ਹੋਊਗਾ ਟਰਾਂਸਫਾਰਮਰ ਦੇ ਜਿਹੜੇ LV ਹੇਠਲੇ ਵਾਲੇ ਪਾਸੇ ਫਿਊਜ਼ ਹੁੰਦੇ ਆ ਉਹ ਬਹੁਤ ਮੋਟੇ ਹੁੰਦੇ ਆ। ਕਦੇ ਉੱਪਰਲੇ ਪਾਸੇ ਜਿਹੜੀ ਟਰਾਂਸਫਾਰਮਰ ਦੇ ਉੱਪਰ ਤਾਰ ਉਤਰ ਰਹੀ ਹੁੰਦੀ ਹੈ, ਇੱਥੇ ਜਿਹੜਾ ਟਰਾਂਸਫਾਰਮਰ ਪਿਆ ਹੁੰਦਾ ਉੱਪਰ, ਜਿਹੜੀ HV 11 ਕੇਵਲ ਨਿਕਲਦੀ ਹੈ, ਇੱਥੇ ਆਉਂਦੀ ਹੈ ਜਿਹੜੀ ਉੱਪਰਲੇ ਪਾਸੇ ਜਿਹੜੇ ਫਿਊਜ਼ ਹੁੰਦੇ ਆ ਉਹ ਬਹੁਤ ਪਤਲੇ ਹੁੰਦੇ ਹੈਗੇ। ਦੇਖਿਓ ਆ ਤਾਰ ਬਹੁਤ ਪਤਲੀ ਹੁੰਦੀ ਹੈ, ਹੇਠਾਂ ਵਾਲੀਆਂ ਤਾਰਾਂ ਬਹੁਤ ਮੋਟੀਆਂ ਹੁੰਦੀਆਂ। ਇਹਦਾ ਕਾਰਨ ਇਹੀ HV ਸਾਈਡ ਦੇ ਉੱਪਰ ਕੀ ਹੁੰਦਾ, ਕਰੰਟ ਘੱਟ ਹੁੰਦਾ, ਤੇ ਇੱਧਰ LV ਸਾਈਡ ਦੇ ਉੱਪਰ ਕਰੰਟ ਕੀ ਹੁੰਦਾ ਹੈਗਾ, ਜ਼ਿਆਦਾ ਹੁੰਦਾ ਬੱਚਿਓ, ਜ਼ਿਆਦਾ ਹੁੰਦਾ ਹੈਗਾ। ਤਾਂ ਇੱਥੋਂ ਪਤਾ ਲੱਗ ਗਿਆ ਇਹ ਗੱਲਾਂ ਬਾਰੇ। ਠੀਕ ਹੈ ਜੀ, ਆਪਾਂ ਅੱਗੇ ਚੱਲਦੇ ਆਂਗੇ। ਆਪਾਂ ਹੁਣ ਇੱਥੋਂ ਆਪਾਂ ਦੂਜਾ ਕੱਢ ਲੈਂਦੇ ਹਾਂ। ਆਹ ਫਾਰਮੂਲਾ ਆਪਾਂ ਲਗਾਵਾਂਗੇ ਵੀ ਕਿ ਜਿਹੜੀ ਸਾਡੀ ਪਾਵਰ ਹੈਗੀ, ਪਾਵਰ ਸਾਡੀ V2 ਨੂੰ I2 ਨਾਲ ਗੁਣਾ ਕਰਕੇ ਆਉਂਦੀ ਆ। V2 I2 ਕੀ ਹੈਗਾ, V2 ਕੀ ਹੈ, ਸੈਕੰਡਰੀ ਸਾਈਡ ਦੀ ਵੋਲਟੇਜ, ਸੈਕੰਡਰੀ ਸਾਈਡ ਦਾ ਕਰੰਟ। ਹੁਣ ਸਾਨੂੰ ਟੋਟਲ ਪਾਵਰ ਪਤਾ ਕਿੰਨੀ ਹੈ, ਟੋਟਲ ਪਾਵਰ ਸਾਨੂੰ ਪਤਾ ਜੀ 20000 ਹੈਗੀ, ਦਿੱਤੀ ਹੋਈ ਹੈ ਜੀ ਉਹਨੇ। V2 ਸਾਨੂੰ ਪਤਾ ਸੈਕੰਡਰੀ ਸਾਈਡ ਦੇ ਵੱਲ ਵੋਲਟੇਜ, ਆ ਲਓ ਜੀ 200 ਆ ਗਈ, ਲਓ ਜੀ ਅਸੀਂ ਲਿਖ ਲਈ 200। I2 ਸਾਨੂੰ ਪਤਾ ਨਹੀਂ, ਤਾਂ ਇੱਥੋਂ ਕੱਢ ਲਓ। I2 ਇੱਧਰ ਰਹਿ ਗਿਆ, ਆ ਸਾਡਾ ਇਹਦੇ ਥੱਲੇ ਆ ਜਾਊਗਾ, ਕਿੰਨਾ ਆ ਗਿਆ, 20000। ਆਪਾਂ I2 ਕੱਢ ਰਹੇ ਆਂਗੇ ਤਾਂ V2 ਸਾਡਾ ਕਿੰਨਾ, 200 ਹੈਗਾ, ਹੈ ਨਾ। 20000 ਵਟੇ 200, ਤੈਨੂੰ ਕਰ ਲਓ ਜੀ, ਕੱਟਿਆ ਗਿਆ ਸਾਡਾ। ਆ ਕਿੰਨੇ ਤੇ ਜਾਊਗਾ, 200 ਤੇ 100 ਤੇ ਜਾਊਗਾ ਨਾ। 100 ਨੂੰ 2 ਨਾਲ ਗੁਣਾ ਕਰਾਂਗੇ ਫੇਰ ਇਹ 200 ਬਣਦਾ। ਤਾਂ I2 ਦੀ ਜਿਹੜੀ ਸਾਡੀ ਵੈਲਿਊ ਉਹ ਕਿੰਨੀ ਆ ਗਈ, 100 ਐਂਪੀਅਰ ਆ ਗਈ। ਮਤਲਬ ਪ੍ਰਾਇਮਰੀ ਸਾਈਡ ਦੇ ਉੱਪਰ ਸਾਡੇ 10 ਐਂਪੀਅਰ ਕਰੰਟ ਆ, ਸੈਕੰਡਰੀ ਸਾਈਡ ਦੇ ਉੱਪਰ ਸਾਡੇ ਕੋਲੇ 100 ਐਂਪੀਅਰ ਕਰੰਟ ਆ। ਇਹ ਵੀ ਦੇਖ ਲਓ, ਪ੍ਰਾਇਮਰੀ ਸਾਈਡ ਦੇ ਵਿੱਚ ਵੋਲਟੇਜ ਵੱਧ ਸੀਗੀ ਨਾ ਸਾਡੀ, ਆ ਦੇਖੋ ਵੋਲਟੇਜ ਵੱਧ ਸੀਗੀ, ਕਰੰਟ ਸਾਡਾ ਘੱਟ ਆ। ਵੋਲਟੇਜ ਸਾਡੀ 2000 ਸੀ, ਕਰੰਟ ਸਾਡਾ ਕਿੰਨਾ ਗਾ, ਸਿਰਫ 10 ਆ। ਤੇ ਸੈਕੰਡਰੀ ਸਾਈਡ ਦੇ ਵਿੱਚ ਵੋਲਟੇਜ ਸਾਡੀ ਘੱਟ ਸੀਗੀ, ਤਾਂ ਕਰਕੇ ਕਰੰਟ ਵੱਧ ਆਇਆਗਾ। ਤੁਸੀਂ ਕੰਮ ਇੱਥੋਂ ਹੋਰ ਕਰ ਸਕਦੇ ਹੋ, ਧਿਆਨ ਨਾਲ ਸੁਣੋ। ਜਦੋਂ ਸਾਨੂੰ ਪਤਾ ਲੱਗ ਗਿਆ ਸੀਗਾ ਕਰੰਟ ਪ੍ਰਾਇਮਰੀ ਸਾਈਡ ਦਾ, I1 ਪਤਾ ਲੱਗ ਗਿਆ ਸੀਗਾ ਨਾ ਸਾਨੂੰ, ਅਸੀਂ I2 ਕੱਢਣਾ ਸੀਗਾ ਨਾ, ਤੇ ਇਹਦੀ ਜਿਹੜੀ ਰੇਸ਼ੋ ਹੁੰਦੀ ਆ ਉਹ ਵੋਲਟੇਜ ਦੀ ਰੇਸ਼ੋ ਦੇ ਬਰਾਬਰ ਹੀ ਹੁੰਦੀ ਆ ਨਾ। ਬਟ ਯਾਦ ਰੱਖਣਾ ਕੀ ਕਰਨਾ ਇੱਥੇ, ਹੁਣ V1 ਦੇ ਸਾਹਮਣੇ ਕੀ ਲਿਖਣਾ, V2, I2 ਦੇ ਸਾਹਮਣੇ ਕੀ ਲਿਖਣਾ, V1। ਇਹ ਪੁੱਠੇ ਲਿਖਣੇ ਹੁੰਦੇ ਆ ਹਮੇਸ਼ਾ। ਤਾਂ I1 ਜਿਹੜਾ ਸਾਡਾ ਆਏਗਾ 10 ਆਏਗਾ, I2 ਸਾਨੂੰ ਪਤਾ ਨਹੀਂ ਹੈਗਾ। ਬੱਚੇ ਦੂਜਾ ਤਰੀਕਾ ਕਰਵਾ ਰਿਹਾ ਮੈਂ, ਦੇਖੋ ਆਨਸਰ ਤਾਂ ਤੁਹਾਡਾ ਇੱਥੇ ਨਿਕਲ ਚੁੱਕਿਆ। ਹੁਣ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਵਾਰੀ ਆਪਾਂ ਇੱਕੋ ਤਰੀਕੇ ਨਾਲ ਤੁਰਨਾਗਾ। ਕੁਐਸਚਨ ਦੇ ਵਿੱਚ ਜਿੰਨੇ ਵੱਧ ਤੋਂ ਵੱਧ ਤਰੀਕੇ ਸਾਨੂੰ ਆਉਂਦੇ ਹੋਣਗੇ, ਉਹਨਾਂ ਕੁਐਸਚਨ ਦੇ ਵਿੱਚ, ਪੇਪਰ ਦੇ ਵਿੱਚ ਸਾਡਾ ਕੌਨਫੀਡੈਂਸ ਵੀ ਵੱਧ ਬਣਦਾ ਹੈਗਾ, ਤੇ ਨਾਲ ਦੀ ਨਾਲ ਸਾਨੂੰ ਕਨਸੈਪਟ ਵੀ ਵਧੀਆ ਤਰੀਕੇ ਨਾਲ ਕਲੀਅਰ ਹੁੰਦੇ ਆ। ਕੀ ਪਤਾ ਕਿਹੜੇ ਕੁਐਸਚਨ ਕਿਹੜੇ ਫਾਰਮੂਲੇ ਨਾਲ ਸਾਨੂੰ ਕੁਐਸਚਨ ਪੁੱਛ ਲਵੇ। ਠੀਕ ਹੈ ਜੀ, ਕੀ ਪਤਾ ਸਾਨੂੰ ਇਕੱਲਾ ਇੰਨਾ ਹੀ ਦਿੱਤਾ ਹੁੰਦਾ ਵੀ ਆਹ ਸੈਕੰਡਰੀ, ਇੱਕ ਆਹ ਕਰੰਟ ਦਿੱਤਾ ਹੁੰਦਾ, ਆਹ 2 ਵੋਲਟੇਜਾਂ ਦਿੱਤੀਆਂ ਹੁੰਦੀਆਂ, ਫਿਰ ਅਸੀਂ ਪਾਵਰ ਦਾ ਫਾਰਮੂਲਾ ਕਿੱਥੋਂ ਲਾਉਂਦੇ, V2 ਆ ਜਾਂ ਵੋਲਟੇਜ ਇੰਟੂ ਕਰੰਟ ਇੰਟੂ ਪਾਵਰ। ਤੁਹਾਡੇ ਕੋਲ I1 ਕਰੰਟ ਕਿੰਨਾ ਆਇਆ ਸੀਗਾ, ਆਹ 10 ਆਇਆ ਸੀਗਾ। I2 ਸਾਨੂੰ ਪਤਾ ਨਹੀਂ ਹੈਗਾ। ਵੋਲਟੇਜ V2 ਕਿੰਨੀ ਹੈਗੀ, ਵੋਲਟੇਜ V2 ਆਹ ਭਰੀ ਸੀਗੀ ਅਸੀਂ 200। V1 ਵੋਲਟੇਜ ਕਿੰਨੀ ਹੈ ਸਾਡੀ, 2000। ਤਾਂ ਇੱਥੋਂ ਦੇਖਦੇ ਹਾਂ ਕੀ ਸਾਡਾ 200 ਆਊਗਾ, ਭਰ ਕੇ ਦੇਖਦੇ ਹਾਂ ਇਹਦੇ ਵਿੱਚ। ਤਾਂ ਆਪਾਂ ਕ੍ਰਾਸ ਮਲਟੀਪਲਾਈ ਕੀਤੀ, 2000 ਦੇ ਨਾਲ ਕੀ ਆਇਆ, 2000 ਦੇ ਨਾਲ ਆਇਆ ਜੀ ਸਾਡਾ 10, ਤੇ I2 ਕਿਹਦੇ ਨਾਲ ਗੁਣਾ ਹੋਈ ਹੈਗੀ ਸਾਡੀ, 200 ਨਾਲ। ਤਾਂ I2 ਹੈ ਕਿੰਨਾ ਸਾਡਾ, 2000 ਗੁਣਾ 10 ਡਿਵਾਈਡ ਬਾਏ 200 ਕਰਾਂਗੇ ਨਾ। 2 ਜ਼ੀਰੋ ਨਾਲ 2 ਜ਼ੀਰੋ ਗਈਆਂ, ਇਹਦੇ ਨਾਲ 10 ਆ ਗਿਆ। ਤਾਂ 10 ਨੂੰ 10 ਨਾਲ ਗੁਣਾ ਕੀਤਾ, ਕਿੰਨਾ ਆ ਗਿਆ, 100 ਐਂਪੀਅਰ ਕਰੰਟ ਆ ਗਿਆ ਜੀ। ਲਓ ਦੇਖੋ ਬੱਚੇ, ਲੱਗ ਗਿਆ ਪਤਾ ਨਾ। ਦੇਖੋ ਕਿੰਨਾ ਸੌਖਾ ਗੱਲ ਕਰਨਾ, ਬਹੁਤ ਸੌਖਾ ਹੁੰਦਾ ਗਾ ਜਦੋਂ ਅਸੀਂ ਪ੍ਰੋਪਰ 2-4 ਮਿੰਟ ਲਾਉਣੇ ਹੈਗੇ। ਸਿਰਫ ਤੁਹਾਨੂੰ ਫਾਰਮੂਲੇ ਯਾਦ ਹੋਣੇ ਚਾਹੀਦੇ ਆ, ਫਾਰਮੂਲੇ ਵੀ ਰੱਟੇ ਨਹੀਂ ਵੱਜਣੇ ਚਾਹੀਦੇ, ਤੁਹਾਨੂੰ ਕਨਸੈਪਟ ਯਾਦ ਹੋਣੇ ਚਾਹੀਦੇ ਆ।
ਵੀ ਜਿਹੜਾ ਇਹਦੇ ਸਾਹਮਣੇ ਕਿਉਂ ਲਿਖਿਆ ਜਾ ਰਿਹਾ, ਜਦੋਂ ਅਸੀਂ ਕਹਿ ਰਹੇ ਸੀਗੇ ਵੀ V2 ਦੇ ਸਾਹਮਣੇ ਲਿਖਣਾ ਗਾ ਜੀ, ਅਸੀਂ V2 ਦੇ ਸਾਹਮਣੇ ਅਸੀਂ N2 ਕਿਉਂ ਲਿਖਣਾ ਗਾ, V1 ਦੇ ਸਾਹਮਣੇ N1 ਕਿਉਂ ਲਿਖਣਾ, ਇਹਨਾਂ ਦੀ ਗੱਲਾਂ ਦੇ ਸਾਨੂੰ ਕਨਸੈਪਟ ਜੇ ਕਲੀਅਰ ਨੇਗੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ। ਫਿਰ ਅਸੀਂ ਆਰਾਮ ਨਾਲ ਕਰ ਸਕਦੇ ਹਾਂ ਆਪਣੇ ਸਵਾਲਾਂ ਨੂੰ। ਵੀ V2 ਦੇ ਸਾਹਮਣੇ N2 ਤਾਂ ਲਿਖਿਆ ਜਾਂਦਾ ਵੀ ਜਿੰਨੀਆਂ ਟਰਨਾਂ ਵਧਣਗੀਆਂ ਓਨੀ ਸਾਡੀ ਵੋਲਟੇਜ ਵਧੂਗੀ। ਜਿਹੜੀ ਚੀਜ਼ ਦੇ ਵਧਣ ਨਾਲ ਕੋਈ ਚੀਜ਼ ਵੱਧਦੀ ਹੁੰਦੀ ਹੈ ਤਾਂ ਉਹ ਬਰਾਬਰ ਲਿਖੀ ਜਾਂਦੀ ਹੈ। ਬਟ ਸਾਨੂੰ ਪਤਾ ਵੀ ਜਿੱਧਰ ਵੋਲਟੇਜ ਵੱਧ ਹੁੰਦੀ ਉੱਧਰ ਕਰੰਟ ਘੱਟ ਹੁੰਦਾ ਨਾ, ਤੇ ਇਹ ਜਿਹੜਾ ਕਰੰਟ ਹੋਊਗਾ I2 ਇਹ ਪੁੱਠਾ ਲਿਖਿਆ ਜਾਂਦਾ ਹੁੰਦਾ, ਕਿਉਂਕਿ ਸਾਨੂੰ ਪਤਾ ਜਿੱਧਰ ਵੋਲਟੇਜ ਵੱਧਦਾ ਉੱਧਰ ਕਰੰਟ ਘੱਟ ਆ। ਤਾਂ V1 ਦੇ ਉੱਪਰਲੇ ਪਾਸੇ I1 ਲਿਖਿਆ ਜਾਊਗਾ। ਆਹ ਸਾਡਾ ਫਾਰਮੂਲਾ ਹੁੰਦਾ ਹੈਗਾ, ਇਹਨੂੰ ਅਸੀਂ ਆਹ ਰੇਸ਼ੋ ਨੂੰ ਨਹੀਂ ਭੁੱਲਣਾ ਹੈਗਾ। ਜੇ ਤੁਹਾਨੂੰ ਇੱਕ ਦੋ ਚੀਜ਼ਾਂ ਇਦਾਂ ਦਿੱਤੀਆਂ ਹੋਣਗੀਆਂ, ਚਾਹੇ ਤੁਸੀਂ ਇਦਾਂ ਲਿਖ ਲਓ, ਚਾਹੇ ਇਹਨੂੰ ਪੁੱਠਾ ਕਰ ਲਓ। ਜੇ ਪੁੱਠਾ ਕਰੋਗੇ ਸਾਰੇ ਨੂੰ ਪੁੱਠਾ ਕਰਨਾ ਪਊਗਾ। ਮਤਲਬ I2 ਸਾਡਾ ਇੱਥੇ ਹੇਠਾਂ ਸੀਗਾ, ਅਸੀਂ ਉੱਪਰ ਲਿਖ ਲਿਆ, ਤਾਂ I1 ਸਾਡਾ ਹੇਠਾਂ ਜਾਊਗਾ। ਉਸੇ ਤਰੀਕੇ ਨਾਲ ਆਹ ਪੁੱਠਾ ਹੋ ਜਾਊਗਾ, V1/V2 ਹੋ ਜਾਊਗਾ। ਉਸੇ ਤਰੀਕੇ ਨਾਲ ਆਹ ਪੁੱਠਾ ਹੋ ਜਾਊ, N1/N2 ਹੋ ਜਾਊਗਾ। ਆਹ ਦੋਨਾਂ 'ਚ ਕੋਈ ਮਰਜ਼ੀ ਫਾਰਮੂਲਾ ਲਓ। ਜੇ ਵੋਲਟੇਜ ਤੇ ਟਰਨਾਂ 'ਚ ਪੁੱਛਿਆ ਤਾਂ ਇੰਨਾ ਕੁ ਫਾਰਮੂਲਾ ਲੱਗੂਗਾ, ਤੇ ਜੇ ਸਾਨੂੰ ਕੋਈ ਵੋਲਟੇਜ ਤੇ ਕਰੰਟ ਬਾਰੇ ਪੁੱਛਿਆਗਾ ਤਾਂ ਆਹ ਫਾਰਮੂਲਾ ਲੱਗੂਗਾ। ਜੇ ਸਾਨੂੰ ਪੁੱਛਿਆ ਹੋਇਆ ਟਰਨਾਂ ਬਾਰੇ ਤੇ ਕਰੰਟ ਬਾਰੇ, ਫਿਰ ਜਿਹੜਾ ਫਾਰਮੂਲਾ ਲੱਗੂਗਾ ਬੱਚੇ ਉਹ ਆਹ ਲੱਗੂਗਾ, ਵੀ ਇਹਦੇ ਨਾਲ ਆਹ ਲਿੰਕ ਹੋ ਜਾਊਗਾ। ਤਾਂ ਕੁਐਸਚਨ ਵੱਧ ਤੋਂ ਵੱਧ ਸੋਲਵ ਕਰੀ ਜਾਓ, ਤੁਹਾਡੇ ਆਨਸਰ ਨਿਕਲ ਹੀ ਜਾਣਗੇ ਬੱਚਿਓ। ਸਾਡਾ ਇੱਥੇ ਇੱਕ ਚੀਜ਼ ਹੋਰ ਰਹਿ ਗਈ ਸਾਡੀ। ਉਹਨੇ ਕੀ ਕਿਹਾਗਾ, ਕਹਿੰਦਾ ਸੈਕੰਡਰੀ ਕੋਇਲ ਦੇ ਵਿੱਚ EMF ਪਤਾ ਕਰੋ ਪ੍ਰਤੀ ਟਰਨ। ਸੈਕੰਡਰੀ ਕੋਇਲ ਮਤਲਬ ਜਿਹੜੀ ਸਾਡੀਆਂ ਟਰਨਾਂ ਨੇਗੀਆਂ ਸੈਕੰਡਰੀ ਸਾਈਡ ਦੇ ਵਿੱਚ, ਜਿੰਨੀਆਂ ਟਰਨਾਂ ਸਾਡੀਆਂ ਆਈਆਂ ਨੇਗੀਆਂ, ਉਹਨਾਂ ਦੇ ਵਿੱਚ ਅਸੀਂ ਪ੍ਰਤੀ ਟਰਨ ਵੋਲਟੇਜ ਪਤਾ ਕਰਨੀ ਹੈ, ਵੀ ਪ੍ਰਤੀ ਟਰਨ ਵੋਲਟੇਜ ਕਿੰਨੀ ਹੋਏਗੀ। ਜਦੋਂ ਪ੍ਰਤੀ ਕੱਢਣਾ ਹੋਵੇ ਅਸੀਂ ਕਿਵੇਂ ਕੱਢਦੇ ਹੁੰਦੇ ਆਂਗੇ, ਵੀ 5 ਬੰਦਿਆਂ ਕੋਲੇ ਕੁੱਲ ਰੁਪਈਆ 500 ਰੁਪਈਆ ਹੈਗਾ, ਤੇ ਇੱਕ ਬੰਦੇ ਕੋਲੇ ਕਿੰਨਾ ਰੁਪਈਆ ਹੈਗਾ, ਅਸੀਂ ਕਹਾਂਗੇ ਕੁੱਲ ਰੁਪਈਏ ਹੈਗੇ 500, ਇੱਕ ਬੰਦੇ ਕੋਲੇ ਕਿੰਨੇ ਹੈਗੇ ਅਸੀਂ 5 ਨਾਲ ਡਿਵਾਈਡ ਕਰ ਲਾਂਗੇ, ਸਾਡੇ ਕੋਲੇ ਕਿੰਨਾ ਆ ਗਿਆ, ਵੀ ਹਰੇਕ ਬੰਦੇ ਕੋਲੇ ਕਿੰਨੇ ਰੁਪਏ ਆ, 100 ਰੁਪਏ ਆ। ਉਹੀ ਚੀਜ਼ ਸਾਨੂੰ ਇੱਥੇ ਪੁੱਛੀ ਜਾ ਰਹੀ ਹੈ। ਕਿਹਾ ਕੀ ਹੈਗਾ ਉਹਨੇ ਕਿਹਾਗਾ, ਕਹਿੰਦਾ ਸਾਡੇ ਕੋਲੇ ਸੈਕੰਡਰੀ ਸਾਈਡ ਦੇ ਵੱਲ ਕਿੰਨੀਆਂ ਟਰਨਾਂ ਨੇਗੀਆਂ, ਆਪਾਂ ਇੱਥੇ ਲਿਖ ਲੈਂਦੇ ਹਾਂ ਜੀ ਇਹਨਾਂ ਨੂੰ। ਪ੍ਰਤੀ ਟਰਨ ਵੋਲਟੇਜ ਕਿੰਨੀ ਹੈ ਸੈਕੰਡਰੀ ਸਾਈਡ ਸਾਡੇ ਕੋਲੇ, ਦੇਖੋ ਨੇ ਕਿਹਾ ਸੈਕੰਡਰੀ ਕੋਇਲ ਵਿੱਚ EMF ਪਤਾ ਕਰੋ ਪ੍ਰਤੀ ਟਰਨ। ਮਤਲਬ ਕੀ ਹੈਗਾ, ਪ੍ਰਤੀ ਟਰਨ ਜਦੋਂ ਵੋਲਟੇਜ ਕੱਢਣੀ ਆ, ਪ੍ਰਤੀ ਟਰਨ ਵੋਲਟੇਜ, ਤਾਂ ਟੋਟਲ ਵੋਲਟੇਜ ਕੁੱਲ ਵੋਲਟੇਜ ਡਿਵਾਈਡ ਬਾਏ ਕੁੱਲ ਟਰਨ, ਇਹ ਚੀਜ਼ ਨੂੰ ਲਿਖ ਲੈਣਾ ਅਸੀਂ। ਤਾਂ ਕੁੱਲ ਵੋਲਟੇਜ ਹੈ ਕਿੰਨੀ ਆ ਸੈਕੰਡਰੀ ਕੋਇਲ ਦੇ ਵਿੱਚ, ਸੈਕੰਡਰੀ ਕੋਇਲ 'ਚ ਪੁੱਛਿਆ ਨਾ, ਤਾਂ ਸੈਕੰਡਰੀ ਕੋਇਲ ਦੇ ਵਿੱਚ ਵੋਲਟੇਜ ਕਿੰਨੀ ਆ, ਆਹ ਲਿਖੀ ਪਈ ਹੈ ਜੀ 200। ਸੈਕੰਡਰੀ ਕੋਇਲ ਦਾ ਦੂਜਾ ਕੀ ਪੁੱਛਿਆ ਗਿਆ ਉਹਨੇ, EMF ਪ੍ਰਤੀ ਟਰਨ। ਤਾਂ ਸੈਕੰਡਰੀ ਕੋਇਲ ਦੀਆਂ ਟਰਨਾਂ ਪਤਾ ਹੋਣੀਆਂ ਚਾਹੀਦੀਆਂ ਨੇ, ਦਿੱਤੀਆਂ ਹੋਈਆਂ ਨੇਗੀਆਂ ਸਾਨੂੰ 66, ਤਾਂ ਲਿਖੋ ਇਹਦੇ ਥੱਲੇ 66, ਆ ਲਓ। ਤਾਂ ਇੱਥੋਂ ਅਸੀਂ 200 ਨੂੰ 66 ਨਾਲ ਡਿਵਾਈਡ ਕਰਾਂਗੇ, 33 ਇੱਧਰਲੇ ਪਾਸੇ ਆ ਜਾਏਗਾ ਸਾਡਾ 100/33 ਨੂੰ ਆਪਾਂ 100 ਨੂੰ ਡਿਵਾਈਡ ਕਰਾਂਗੇ 33 ਨਾਲ, ਸਾਡਾ ਕਿੰਨਾ 3.03 ਆ ਜਾਏਗਾ। ਠੀਕ ਹੈ ਜੀ, ਤਾਂ 3 ਵੋਲਟ, ਇਹ 3 ਵੋਲਟ ਪ੍ਰਤੀ ਟਰਨ ਆ ਗਿਆ, ਇਹ ਤਾਂ ਆਨਸਰ ਆ ਗਿਆ। ਇੱਥੋਂ ਇੱਕ ਗੱਲ ਹੋਰ ਬਹੁਤ ਇੰਪੋਰਟੈਂਟ ਗੱਲ ਹੈਗੀ, ਕਿੱਥੋਂ ਹੋਰ ਗੱਲ ਦੱਸੋ ਜੀ। ਜੇ ਮੈਂ ਤੁਹਾਨੂੰ ਕਹਾਂ ਵੀ ਪ੍ਰਾਇਮਰੀ ਸਾਈਡ ਵਾਲੇ ਤਾਂ ਸੈਕੰਡਰੀ ਦੀਆਂ ਪੁੱਛਿਆ ਨਾ, ਵੀ ਪ੍ਰਾਇਮਰੀ ਸਾਈਡ ਵੱਲ ਪ੍ਰਤੀ ਟਰਨ ਵੋਲਟੇਜ ਕਿੰਨੀ ਹੋਊਗੀ, ਪ੍ਰਾਇਮਰੀ ਸਾਈਡ ਵੱਲ ਪ੍ਰਤੀ ਟਰਨ ਵੋਲਟੇਜ ਕਿੰਨੀ ਹੋਊਗੀ, ਤਾਂ ਪ੍ਰਾਇਮਰੀ ਸਾਈਡ ਵੱਲ ਪ੍ਰਤੀ ਟਰਨ ਵੋਲਟੇਜ ਕੱਢ ਕੇ ਦੇਖ ਦੇਂਗੇ ਆਪਾਂ, ਆਉਂਦੀ ਕਿੰਨੀ ਹੈਗੀ ਸਾਡੀ ਪ੍ਰਾਇਮਰੀ ਸਾਈਡ ਵੱਲ ਪ੍ਰਤੀ ਟਰਨ ਵੋਲਟੇਜ। ਕਿਵੇਂ ਨਿਕਲੂ, ਪ੍ਰਾਇਮਰੀ ਦੀ ਵੋਲਟੇਜ ਤੇ ਪ੍ਰਾਇਮਰੀ ਦੀ ਟਰਨ, ਤਾਂ ਪ੍ਰਾਇਮਰੀ ਦੀ ਵੋਲਟੇਜ ਕਿੰਨੀ ਹੈਗੀ ਉਹ ਆਪਾਂ ਇੱਥੇ ਲਿਖ ਲੈਣਾ। ਪ੍ਰਾਇਮਰੀ ਦੀ ਵੋਲਟੇਜ ਹੈਗੀ ਆ 2000 ਜੀ, ਪ੍ਰਾਇਮਰੀ ਦੀ ਵੋਲਟੇਜ 2000 ਅਸੀਂ ਲਿਖ ਦਿੰਦੇ ਹਾਂ। ਕੁੱਲ ਵੋਲਟੇਜ ਹੈ ਜਿਹੜੀ ਸਾਡੀ ਉਹ ਹੈਗੀ ਸਾਡੀ 2000, ਤੇ ਪ੍ਰਾਇਮਰੀ ਦੀ ਕੁੱਲ ਟਰਨਾਂ ਹੈਗੀਆਂ ਨੇ ਕਿਤੇ, ਪ੍ਰਾਇਮਰੀ ਦੀਆਂ ਕੁੱਲ ਟਰਨਾਂ ਕਿੰਨੀਆਂ ਨੇਗੀਆਂ, N1 ਕੱਢਿਆ ਸੀਗਾ ਅਸੀਂ, ਆਹ ਕੱਢਿਆ ਸੀਗਾ ਨਾ, ਇੱਥੇ ਕਿੰਨਾ ਆਇਆ ਸੀਗਾ ਭਲਾ, 660 ਆਇਆ ਸੀਗਾ, ਇਹ ਤੁਹਾਨੂੰ ਯਾਦ ਹੋਊਗਾ, ਵੀਡੀਓ ਨੂੰ ਪਿੱਛੇ ਮੋੜ ਕੇ ਦੇਖ ਲਓ, 660 ਆਇਆ ਸੀਗਾ। ਤਾਂ ਇੱਥੇ ਅਸੀਂ 660 ਭਰ ਦਿੰਦੇ ਹੈਗੇ। ਇਹ ਕੀ ਆ, ਪ੍ਰਾਇਮਰੀ ਦੀਆਂ ਟਰਨਾਂ ਤੇ ਪ੍ਰਾਇਮਰੀ ਦੀ ਵੋਲਟੇਜ। ਤਾਂ ਇੱਥੋਂ ਅਸੀਂ ਕੱਢ ਕੇ ਦੇਖਦੇ ਆਂਗੇ, ਆਹ 200/66 ਫੇਰ ਆ ਗਿਆ, ਤਾਂ ਫੇਰ 3.03 ਆ ਗਿਆ। ਇਹ ਸਾਡਾ ਕੁਐਸਚਨ ਗਲਤ ਹੋ ਗਿਆ ਕਿ ਸਹੀ ਹੋ ਗਿਆ, ਇਹ ਤਾਂ ਫੇਰ ਓਨਾ ਹੀ ਆ ਗਿਆ। ਕੁਐਸਚਨ ਬਿਲਕੁਲ ਸਹੀ ਆ ਬੱਚੇ, ਕੋਈ ਗਲਤੀ ਨਹੀਂ ਹੈਗੀ ਕੁਐਸਚਨ ਦੇ ਵਿੱਚ। ਚਾਹੇ ਪ੍ਰਾਇਮਰੀ ਦੇ ਵਿੱਚ ਪ੍ਰਤੀ ਟਰਨ ਵੋਲਟੇਜ ਪੁੱਛ ਲਏ, ਚਾਹੇ ਸੈਕੰਡਰੀ ਦੇ ਵਿੱਚ ਪ੍ਰਤੀ ਟਰਨ ਵੋਲਟੇਜ ਪੁੱਛ ਲਏ, ਹਮੇਸ਼ਾ ਪ੍ਰਤੀ ਟਰਨ ਵੋਲਟੇਜ ਤੁਹਾਡੀ ਬਰਾਬਰ ਹੁੰਦੀ ਆ, ਕਿਉਂਕਿ ਤਾਂ ਹੀ ਤਾਂ ਆਪਾਂ ਕਹਿੰਦੇ ਆ ਵੀ ਜਿੱਧਰਲੇ ਪਾਸੇ ਸਾਡੀਆਂ ਟਰਨਾਂ ਵੱਧ ਨੇ ਉੱਧਰ ਵੋਲਟੇਜ ਵੱਧ ਆ। ਕਿਉਂਕਿ ਇੱਕ ਟਰਨ ਦੇ ਉੱਪਰ ਜੇ 1 ਵੋਲਟ ਆ, ਜਿੱਧਰਲੇ ਪਾਸੇ 5 ਟਰਨਾਂ ਉੱਧਰ 5 ਵੋਲਟ ਬਣੂ, ਜਿੱਧਰਲੇ ਪਾਸੇ 50 ਟਰਨਾਂ ਉੱਧਰ 50 ਵੋਲਟ ਬਣੂਗੀ। ਪਰ ਇੱਕ ਟਰਨ ਦੇ ਉੱਪਰ ਵੋਲਟੇਜ ਦਾ ਬਰਾਬਰ ਆ ਨਾ ਸਾਡੀ,
ਤਾਂ ਯਾਦ ਰੱਖਿਓ ਇੱਕ ਟਰਾਂਸਫਾਰਮਰ ਦੇ ਵਿੱਚ ਪ੍ਰਤੀ ਟਰਨ ਵੋਲਟੇਜ ਦੋਨੋਂ ਪਾਸੇ ਬਰਾਬਰ ਹੁੰਦੀ ਹੈ। ਦੋਨੋਂ ਸਾਈਡ ਮਤਲਬ LVV ਤੇ HVV, ਦੋਨੋਂ ਸਾਈਡ ਵੋਲਟੇਜ ਜਿਹੜੀ ਹੈ ਪ੍ਰਤੀ ਟਰਨ ਵੋਲਟੇਜ ਦੋਨੋਂ ਸਾਈਡ ਬਰਾਬਰ ਹੁੰਦੀ ਹੈ। ਇਹ ਗੱਲ ਯਾਦ ਰੱਖਣੀ ਆ। ਇਹ ਸਟੈਪ ਅਪ 'ਚ ਹੁੰਦੀ ਹੈ ਕਿ ਡਾਊਨ 'ਚ ਹੁੰਦੀ ਆ, ਕੁਛ ਮਰਜ਼ੀ ਕਹਿ ਦੇਵੇ ਉਹ। ਜਦ ਉਹਨੇ ਲਿਖਤਾ ਨਾ ਵੀ ਟਰਾਂਸਫਾਰਮਰ, ਤਾਂ ਟਰਾਂਸਫਾਰਮਰ ਦਾ ਕੁਝ ਵੀ ਹੋ ਸਕਦਾ, ਚਾਹੇ ਸਟੈਪ ਅਪ ਹੋਵੇ ਚਾਹੇ ਸਟੈਪ ਡਾਊਨ ਹੋਵੇ, ਕੁਛ ਮਰਜ਼ੀ ਹੋਵੇ। ਆਹ ਗੱਲ ਬਰਾਬਰ, ਇਹ ਗੱਲ ਸਾਡੀ ਸਹੀ ਹੋਊਗੀ। ਦੋਨੇ ਪਾਸੇ ਪ੍ਰਤੀ ਟਰਨ ਵੋਲਟੇਜ ਹਮੇਸ਼ਾ ਬਰਾਬਰ ਹੋਊਗੀ। ਕਲੀਅਰ ਹੋ ਗਈ ਬੱਚੇ ਗੱਲ? ਤਾਂ ਇਹਦੇ ਨਾਲ ਸਾਡਾ ਇਹ ਕੁਐਸਚਨ ਖਤਮ ਹੋ ਗਿਆ। ਇਹਨੂੰ 2 ਕੁਐਸਚਨ ਨਾ ਮੰਨ ਕੇ ਚੱਲੇ, ਇਹਨੂੰ ਪੂਰੇ ਟਰਾਂਸਫਾਰਮਰ ਦੇ ਇੱਕ ਕੰਸੈਪਟ ਮੰਨ ਕੇ ਚੱਲਿਓ, ਚੰਗੀ ਤਰ੍ਹਾਂ ਇਹਨੂੰ ਰਿਵਾਈਜ਼ ਕਰਿਓ, ਠੀਕ ਹੈ। ਤਾਂ ਹੁਣ ਤੁਸੀਂ ਕਹੋਗੇ ਕਿ ਇਹ ਤਾਂ ਕੁਐਸਚਨ ਨਿਕਲੇ ਜੀ ਪੇਪਰ ਦੇ ਵਿੱਚ, ਕੋਈ ਹੋਰ ਕੁਐਸਚਨ ਆਏ ਕਿਵੇਂ ਕਰਾਂਗੇ? ਉਹਦਾ ਇੱਕੋ ਹੀ ਤਰੀਕਾ ਹੁੰਦਾ ਵੀ ਵੱਧ ਤੋਂ ਵੱਧ ਪ੍ਰੈਕਟਿਸ ਕਰੋ। ਤਾਂ ਵੱਧ ਤੋਂ ਵੱਧ ਪ੍ਰੈਕਟਿਸ ਵਾਸਤੇ ਜਿਹੜੇ ਤੁਸੀਂ ਕੁਐਸਚਨ ਪੁੱਛਣੇ ਨੇਗੇ ਉਹ ਤੁਸੀਂ ਗਰੁੱਪ ਦੇ ਵਿੱਚ ਪੁੱਛਣੇ ਨੇ। ਗਰੁੱਪ ਦੇ ਵਿੱਚ ਤੁਸੀਂ ਰਿਕੁਐਸਟ ਕਰੋ, ਮੈਂ ਤੁਹਾਨੂੰ ਉਹਦੇ ਵਿੱਚ ਵੱਧ ਤੋਂ ਵੱਧ ਕੁਐਸਚਨ ਇਹਦੇ ਨਾਲ ਰਿਲੇਟਡ ਪਾਉਣਾ, ਤਾਂ ਕਿ ਤੁਹਾਡੇ ਜਿਹੜੇ ਫਾਰਮੂਲੇ ਉਹ ਪੱਕੇ ਹੋ ਜਾਣ। ਰੱਟੇ ਮਾਰਨ ਨਾਲ ਕਦੇ ਫਾਰਮੂਲੇ ਪੱਕੇ ਨਹੀਂ ਹੁੰਦੇ ਹੈਗੇ, ਵੱਧ ਤੋਂ ਵੱਧ ਕੁਐਸਚਨ ਕਰਨ ਨਾਲ ਹੁੰਦੇ ਆ। ਠੀਕ ਹੈ ਜੀ, ਧੰਨਵਾਦ।